ਚਵਰ ਸਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਜਾਹਰਾ ਜਹੂਰ ਅਤੇ ਹਾਜ਼ਰਾ ਹਜੂਰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਜਿੱਥੇ ਗੁਰਬਾਣੀ ਕੀਰਤਨ ਦੇ ਰਾਹੀਂ ਆਪ ਜੀ ਆਨੰਦਿਤ ਹੋ ਰਹੇ ਸੀ, ਹਰ ਰੋਜ਼ ਦੀ ਤਰ੍ਹਾਂ ਜੋ ਗੁਰ ਇਤਿਹਾਸ ਦੀ ਕਥਾ ਵਿਚਾਰ ਆਪ ਜੀ ਸਰਵਣ ਕਰਦੇ ਹੋ। ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਕਥਾ ਚੱਲ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਦੀ ਧਰਤੀ ਤੇ ਬੈਠ ਕੇ ਜੀਵਨ ਤੇ ਪਰਉਪਕਾਰ ਕਰ ਰਹੇ ਨੇ। ਬੇਅੰਤ ਸੰਗਤਾਂ ਗੁਰੂ ਕੇ ਹਜ਼ੂਰ ਆ ਰਹੀਆਂ ਨੇ। ਸਤਿਗੁਰੂ ਜੀ ਦੇ ਜੀਵਨ ਇਤਿਹਾਸ ਵਿੱਚੋਂ ਜੋ ਗੁਰੂ ਕੇ ਮੁਖੀ ਪਿਆਰੇ ਸਿੱਖ ਹੋਏ ਨੇ, ਉਹਨਾਂ ਦੀਆਂ ਕੁਝ ਕਥਾ ਕਹਾਣੀਆਂ ਆਪ ਜੀ ਸਰਵਣ ਕਰ ਰਹੇ ਹੋ। ਸਮੇਂ ਸਮੇਂ ਤੇ ਗੁਰਸਿੱਖ ਸਤਿਗੁਰੂ ਜੀ ਦੀ ਹਜ਼ੂਰੀ 'ਚ ਆਏ। ਜਿਵੇਂ ਉਹਨਾਂ ਸਤਿਗੁਰੂ ਜੀ ਪਾਸੋਂ ਜੀ ਦਾਨ ਪ੍ਰਾਪਤ ਕੀਤਾ, ਜੋ ਉਪਦੇਸ਼ ਸਤਿਗੁਰੂ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ, ਉਹ ਬਾਤ ਆਪ ਜੀ ਸਰਵਣ ਕਰ ਰਹੇ ਹੋ। ਆਓ ਆਪਾਂ ਗੁਰ ਪਿਆਰ 'ਚ ਜੁੜ ਕੇ ਉਹਨਾਂ ਮਹਾਨ ਗੁਰਸਿੱਖਾਂ ਦੀਆਂ ਗਾਥਾਵਾਂ, ਜਿਨ੍ਹਾਂ ਨੇ ਗੁਰੂ ਘਰ 'ਚ ਗੁਰਮਤਿ ਦੇ ਮਾਰਗ ਤੇ ਚੱਲ ਕੇ ਘਾਲਣਾ ਘਾਲੀ, ਗੁਰੂ ਕੀ ਬਖਸ਼ਿਸ਼ ਪ੍ਰਾਪਤ ਕੀਤੀ, ਸਰਵਣ ਕਰਨ ਦੇ ਲਈ ਮਨ ਚਿਤ ਕਰਕੇ ਇਕਾਗਰ ਹੋਈਏ। ਗੁਰੂ ਚਰਨਾਂ ਨਾਲ ਜੁੜਦੇ ਹਾਂ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਮੱਲੂ ਸ਼ਾਹੀ ਆਏ ਕਰ ਸ਼੍ਰੀ ਅੰਗਦ ਕੇ ਪਾਸ, ਕਰ ਬੰਧਨ ਬੈਠਿਓ ਨਿਕਟ ਬਿਨਤੀ ਕੀਨ ਪ੍ਰਕਾਸ਼। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ, ਇੱਕ ਵਿਅਕਤੀ ਜਿਹਦਾ ਨਾਂ ਸੀ ਭਾਈ ਮੱਲੂ ਸ਼ਾਹੀ, ਉਹ ਸਤਿਗੁਰੂ ਜੀ ਦੀ ਹਜ਼ੂਰੀ 'ਚ ਆਇਆ ਹੈ। ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਗੁਰਚਰਨਾਂ ਤੇ ਨਮਸਕਾਰ ਕੀਤੀ ਹੈ। ਸ਼੍ਰੀ ਗੁਰ ਮੈਂ ਕਾਰਨ ਕਲਿਆਣ, ਆਇਓ ਸੁਨ ਤਮ ਸੋ ਜਸ ਮਹਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਆਪ ਜੀ ਦੀ ਕੀਰਤੀ ਸੁਣ ਕੇ ਮੈਂ ਤੁਹਾਡੀ ਹਜ਼ੂਰੀ 'ਚ ਆਇਆ ਹਾਂ, ਤਾਂ ਕਿ ਮੈਨੂੰ ਵੀ ਤੁਸੀਂ ਕਿਰਪਾ ਕਰਕੇ ਉਪਦੇਸ਼ ਬਖਸ਼ੋ, ਮੇਰੀ ਕਲਿਆਣ ਹੋ ਸਕੇ, ਮੈਨੂੰ ਜ਼ਿੰਦਗੀ ਅੰਦਰ ਸੁੱਖ ਮਿਲ ਸਕੇ। ਕੀਜੈ ਅਬ ਆਪਨੋ ਉਪਦੇਸ਼, ਜਿਸ ਤੇ ਬਿਨ ਸਹਿ ਸਕਲ ਕਲੇਸ਼। ਆਪ ਜੀ ਕਿਰਪਾ ਕਰਕੇ ਆਪਣਾ ਉਪਦੇਸ਼ ਬਖਸ਼ਿਸ਼ ਕਰੋ, ਜਿਸ ਦੇ ਕਮਾਉਣ ਨਾਲ, ਜਿਸ ਨੂੰ ਧਾਰਨ ਕਰਨ ਦੇ ਨਾਲ ਮੇਰੀ ਜ਼ਿੰਦਗੀ 'ਚੋਂ ਕਲ ਕਲੇਸ਼ ਮੁੱਕ ਜਾਵੇ। ਕਰਤ ਚਾਕਰੀ ਮੁਗਲਨ ਕੇਰੀ, ਕਰੋ ਜੀਵ ਕਾ ਤਹਾਂ ਗਨੇਰੀ। ਮਹਾਰਾਜ ਜੀ, ਮੈਂ ਮੁਗਲਾਂ ਦੀ ਨੌਕਰੀ ਕਰਦਾ। ਇਹ ਭਾਈ ਮੱਲੂ ਸ਼ਾਹੀ ਜੀ ਮੁਗਲਾਂ ਦੀ ਫੌਜ ਵਿੱਚ ਸਿਪਾਹੀ ਸਨ। ਇਹ ਦੱਸਦਾ ਕਿ ਮੈਂ ਮੁਗਲਾਂ ਦੀ ਨੌਕਰੀ ਕਰਦਾ ਔਰ ਉਹਦੇ ਨਾਲ ਮੇਰੀ ਉਪਜੀਵਕਾ ਚੱਲਦੀ ਹੈ, ਗੁਜਰਾਨ ਚੱਲਦੀ ਹੈ। ਹਲਤ ਪਲਤ ਮੁਖ ਉਜਲ ਰਹੇ, ਅਸ ਕਰਨੀ ਕੋ ਮਮ ਚਿਤ ਚਹੈ। ਮੇਰੇ ਮਨ ਦੀ ਇਹ ਰੀਝ ਹੈ, ਚਾਉ ਹੈ ਕਿ ਮੈਂ ਅਜਿਹੀ ਕਰਨੀ ਕਰਾਂ ਜਿਹਦੇ ਨਾਲ ਮੇਰਾ ਹਲਤ ਪਲਤ ਵਿੱਚ ਮੁਖ ਉਜਲਾ ਹੋ ਜਾਵੇ, ਵਡਿਆਈ ਬਣ ਜਾਵੇ। ਸੁਨ ਕਰ ਸ਼ਰਦਾ ਪਿਖ ਕਰ ਭਾਰੇ, ਸ਼੍ਰੀ ਅੰਗਦ ਗੁਰ ਭਾ ਕਿਉ ਚਾਰੇ। ਸਤਿਗੁਰੂ ਜੀ ਨੇ ਇਹਦੀ ਸ਼ਰਧਾ, ਇਹਦਾ ਪਿਆਰ ਦੇਖ ਕੇ ਇਸ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਬਚਨ ਕਹੇ ਹਨ, ਭਾਈ ਮੱਲੂ ਹਿਰਦੈ ਵਿਚਾਰੋ, ਦੇ ਅਨਿਤ ਸਦਾ ਨਿਰਧਾਰੋ। ਭਾਈ ਮੱਲੂ, ਆਪਣੇ ਮਨ 'ਚ ਵਿਚਾਰ ਕਰੋ ਕਿ ਸਰੀਰ ਸਦਾ ਨਹੀਂ ਰਹਿਣਾ। ਇਹ ਕਦੀ ਨਹੀਂ ਸੀ, ਕਦੀ ਨਹੀਂ ਰਹੇਗਾ। ਹੁਣ ਵੀ ਸਰੀਰ ਨਿਤ ਬਦਲਦਾ ਰਹਿੰਦਾ ਹੈ। ਇਸ ਕਰਕੇ ਸਰੀਰ ਦੇ ਮੋਹ ਤੋਂ ਉੱਚੇ ਉੱਠ ਕੇ ਸੋ ਤੋ ਮ੍ਰਿਤਕ ਜਾਨ ਹੀ ਲੀਜੈ, ਇਸ ਹਿਤ ਚਿਤ ਨੇ ਸੰਸਾ ਕੀਜੈ। ਇਹ ਸਮਝ ਲਓ ਕਿ ਸਰੀਰ ਤੇ ਮ੍ਰਿਤਕ ਹੀ ਹੈ। ਸਰੀਰ ਉਹਨਾਂ ਚਿਰ ਹੀ ਇਹ ਚੱਲਦਾ ਫਿਰਦਾ ਹੈ ਜਿੰਨਾ ਚਿਰ ਇਹਦੇ 'ਚ ਜੀਵ ਆਤਮਾ ਹੈ। ਜੀਵ ਆਤਮਾ ਤੋਂ ਬਿਨਾਂ ਸਰੀਰ ਮੁਰਦਾ ਹੀ ਹੈ। ਜਦੋਂ ਸਰੀਰ 'ਚੋਂ ਜੀਵ ਆਤਮਾ ਨਿਕਲ ਜਾਏਗੀ, ਉਦੋਂ ਸਰੀਰ ਅਸੀਂ ਮੁਰਦਾ ਗਿਣਦੇ। ਪਰ ਸਤਿਗੁਰੂ ਜੀ ਕਹਿੰਦੇ ਹੁਣ ਇਹ ਸਮਝ ਲਓ ਕਿ ਸਰੀਰ ਨੇ ਰਹਿਣਾ ਹੀ ਨਹੀਂ ਹੈ। ਜੇ ਸਰੀਰ ਨੇ ਰਹਿਣਾ ਹੀ ਨਹੀਂ, ਗੁਰੂ ਕਾ ਇੱਕ ਬਚਨ ਜਾਂ ਰਹਿਣਾ ਨਹੀਂ ਐਤ ਜਗ, ਤਾਂ ਕਾਇਤ ਗਰਭ ਹੰਢੀ ਹੈ।
ਜਦੋਂ ਅਸੀਂ ਇਸ ਦੁਨੀਆ 'ਚ ਰਹਿਣਾ ਹੀ ਨਹੀਂ ਹੈ ਤੇ ਅਸੀਂ ਹੰਕਾਰ ਕਿਸ ਗੱਲ ਦਾ ਕਰੀਏ? ਸਰੀਰ ਨੇ ਰਹਿਣਾ ਨਹੀਂ, ਸਰੀਰ ਦਾ ਕਾਹਦਾ ਹੰਕਾਰ ਹੈ? ਬਾਬਾ ਨਾਮਦੇਵ ਸਾਹਿਬ ਜੀ ਨੇ ਆਪਣੀ ਪਾਵਨ ਰਚਨਾ 'ਚ ਇੱਕ ਬਚਨ ਬਖਸ਼ਿਸ਼ ਕੀਤਾ ਕਿ ਹਮਰੋ ਕਰਤਾ ਰਾਮ ਸਨੇਹੀ, ਕਾਹਿਰ ਇਹ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ। ਸਤਿਗੁਰੂ ਜੀ ਕਹਿੰਦੇ ਕਿ ਇਹ ਸਰੀਰ ਤਾਂ ਝੂਠਾ ਹੈ, ਨਾਸਵੰਤ ਹੈ, ਇਹਦਾ ਕਾਹਦਾ ਹੰਕਾਰ ਹੈ? ਇਸ ਕਰਕੇ ਹੁਣ ਤੋਂ ਹੀ ਸਮਝੋ ਕਿ ਸਰੀਰ ਨਾਸਵੰਤ ਹੈ, ਇਹਨੇ ਸਦਾ ਨਹੀਂ ਰਹਿਣਾ। ਤੇ ਸਰੀਰ 'ਚ ਰਹਿੰਦਿਆਂ ਕੇਵਲ ਸਰੀਰ ਦੇ ਹਿੱਤ ਲਈ ਜਾਂ ਆਪਣੇ ਪਰਿਵਾਰ ਦੇ ਹਿੱਤ ਲਈ ਅਜਿਹਾ ਕਾਰਜ ਨਾ ਕਰੋ ਜਿਹਦੇ ਕਾਰਨ ਦੇ ਨਾਲ ਸਾਨੂੰ ਝੂਰਨਾ ਪਏ। ਗੁਰਬਾਣੀ ਨੇ ਸਾਨੂੰ ਬੜੀ ਦੂਰ ਦ੍ਰਿਸ਼ਟੀ ਨਾਲ ਜਿਉਣ ਦੀ ਪ੍ਰੇਰਣਾ ਕੀਤੀ ਹੈ। ਮੰਦਾ ਮੂਲ ਨ ਕੀਚਈ ਦੇ ਲੰਮੀ ਨਜ਼ਰ ਨਿਹਾਲੀਏ। ਲੰਮੀ ਨਜ਼ਰ ਅਰਥ ਹੈ ਦੂਰ ਦ੍ਰਿਸ਼ਟੀ ਨਾਲ ਸੋਚੋ, ਜੋ ਕੰਮ ਕਰਦੇ ਆ ਉਸ ਕੰਮ ਦਾ ਫਲ ਸਾਨੂੰ ਮਿਲਣਾ ਹੀ ਹੈ। ਮਨੁੱਖ ਦੁਖੀ ਕਦੋਂ ਹੁੰਦਾ ਹੈ? ਸਰੀਰ ਤਿਆਗਣ ਦਾ ਉਹਨਾਂ ਦੁੱਖ ਨਹੀਂ ਹੈ। ਸਰੀਰ ਤੇ ਅਸੀਂ ਸੌਂਦੇ ਹਾਂ ਤੇ ਕੀ ਦੁੱਖ ਹੁੰਦਾ ਸਾਨੂੰ? ਜਦੋਂ ਸੌਂ ਜਾਂਦੇ ਕੀ ਦੁੱਖ ਹੁੰਦਾ ਸਾਨੂੰ? ਨੀਂਦ ਨੂੰ, ਮੌਤ ਨੂੰ ਵੀ ਇੱਕ ਲੰਮੀ ਨੀਂਦ ਕਿਹਾ ਗਿਆ। ਦੁੱਖ ਤਾਂ ਇਹ ਹੈ ਕਿ ਮਨੁੱਖ ਨੇ ਜੋ ਕੁਝ ਜ਼ਿੰਦਗੀ 'ਚ ਕੀਤਾ ਹੁੰਦਾ ਉਹ ਚੇਤੇ ਆਉਂਦੇ ਤੇ ਦੁਖੀ ਹੁੰਦਾ। ਜੋ ਕੁਝ ਇਹ ਕਰਨਾ ਚਾਹੁੰਦਾ ਸੀ ਨਹੀਂ ਹੋ ਸਕਿਆ, ਦੁਖੀ ਹੁੰਦਾ ਹੈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਮੇਰਾ ਐਡਾ ਵੱਡਾ ਘਰ ਹੈ, ਮੇਰਾ ਐਡਾ ਵੱਡਾ ਪਰਿਵਾਰ ਹੈ, ਮੇਰੀ ਇੰਨੀ ਧਨ ਦੌਲਤ ਹੈ, ਇਹਨੂੰ ਛੱਡਣਾ ਪਏਗਾ। ਦੁੱਖ ਇਸ ਗੱਲ ਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਹੁਣੇ ਸਮਝ ਲਓ ਕਿ ਸਰੀਰ ਜਿਹੜਾ ਹੈ ਇਹ ਨਹੀਂ ਰਹਿਣਾ। ਸਰੀਰ ਦੇ ਮੋਹ ਤੋਂ ਉੱਚੇ ਉਠੋ। ਆਤਮ ਸਦਾ ਸਾਚ ਹੀ ਜਾਨੋ, ਕਿਸ ਕੋ ਮਾਰਿਓ ਮਰਹਿ ਨ ਮਾਨੋ। ਸਰੀਰ ਦੇ ਵਿੱਚ ਹੈ ਆਤਮਾ, ਜਿਹਨੂੰ ਆਪਾਂ ਜੀਵ ਆਤਮਾ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਚ ਬਾਬਾ ਰਵਿਦਾਸ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ ਕਿ ਜਲ ਕੀ ਭੀਤ ਪਵਨ ਕਾ ਥੰਬਾ ਰਗਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ। ਇਹ ਹੱਡ ਮਾਸ ਨਾੜੀਆਂ ਦੇ ਪਿੰਜਰ ਦੇ ਅੰਦਰ ਇੱਕ ਜੀਵ ਰੂਪੀ ਪੰਛੀ ਰਹਿੰਦਾ ਹੈ, ਜਿਹਨੂੰ ਆਤਮਾ ਕਹਿ ਲੋ, ਜੀਵ ਆਤਮਾ ਕਹਿ ਲੋ, ਜੀਵ ਕਹਿ ਲੋ। ਉਹ ਜੋ ਜੀਵ ਹੈ ਨਾ, ਉਹ ਕਦੀ ਮਰਦਾ ਨਹੀਂ ਹੈ, ਉਹ ਹਮੇਸ਼ਾ ਜਿਉਂਦਾ ਰਹਿੰਦਾ ਹੈ। ਆਤਮਾ ਕਦੀ ਮਰਦੀ ਨਹੀਂ ਹੈ। ਆਤਮਾ ਇੱਕ ਰਸ ਇੱਕੋ ਜਿਹੀ ਹੈ, ਉਹ ਨਾ ਕਦੀ ਬੱਚਾ ਹੈ, ਨਾ ਉਹ ਕਦੀ ਬੁੱਢੀ ਹੋਣੀ ਹੈ। ਇਸ ਕਰਕੇ ਸਰੀਰ ਜਿਹੜਾ ਇਹ ਬਦਲਦਾ ਰਹਿੰਦਾ ਹੈ। ਸਰੀਰ ਬਿਨਸਦਾ ਹੈ, ਸਰੀਰ ਮਿਲਦਾ ਹੈ, ਖਤਮ ਹੁੰਦਾ ਹੈ। ਆਪਣਾ ਅਸਲੀ ਰੂਪ ਜਿਹੜਾ ਉਸ ਦੇ ਨਾਲ ਜੁੜੋ, ਉਸ ਨੂੰ ਜਾਣਨਾ ਕਰੋ। ਪਾਵਕ ਦਾ ਕਰਤ ਨਹੀਂ ਤਿਸੈ, ਜਲ ਨਾ ਡੁਬਾਏ ਸਕੇ ਨਿਜ ਵਿਸੈ। ਆਤਮਾ ਨੂੰ ਅੱਗ ਸਾੜ ਨਹੀਂ ਸਕਦੀ, ਕਿਉਂਕਿ ਸਾੜਦੇ ਤੇ ਅਸੀਂ ਸਰੀਰ ਨੂੰ ਹੈ। ਸਰੀਰ ਦੇ ਵਿੱਚੋਂ ਤਾਂ ਨਿਕਲ ਗਈ ਜਿਹੜੀ ਚੀਜ਼, ਉਹਨੂੰ ਕੀ ਅਸੀਂ ਸਾੜਨਾ? ਇਸ ਕਰਕੇ ਆਤਮਾ ਨੂੰ ਅਸੀਂ ਸਾੜ ਨਹੀਂ ਸਕਦੇ। ਆਤਮਾ ਨੂੰ ਪਾਣੀ ਜਿਹੜਾ ਡੋਬ ਨਹੀਂ ਸਕਦਾ, ਹਵਾ ਉਡਾ ਨਹੀਂ ਸਕਦੀ। ਸ਼ਸਤਰਨ ਤੇ ਨੈ ਛੇਦਿਓ ਜਾਏ, ਜਿਸ ਕੋ ਪਹੁ ਨ ਸਕੈ ਡੁਲਾਏ। ਇਸ ਕਰਕੇ ਇਹ ਆਤਮਾ ਜਿਹੜਾ ਹੈ ਇਹ ਹਥਿਆਰਾਂ ਨਾਲ ਵੀ ਨਹੀਂ ਮਾਰਿਆ ਜਾ ਸਕਦਾ, ਪੌਣੇ ਨੂੰ ਉਡਾ ਨਹੀਂ ਸਕਦੀ। ਕਾਲ ਵਿਨਾਸ਼ਕ ਸਭਨ ਵਿਸਾਲਾ, ਆਤਮ ਹੈ ਕਾਲ ਕੋ ਕਾਲਾ। ਇਹ ਕਾਲ ਜਿਹੜਾ ਹੈ ਨਾ, ਇਹ ਸਾਰੇ ਜਗ ਤੇ ਮੰਡਰਾ ਰਿਹਾ ਹੈ। ਕਾਲ ਦਾ ਅਰਥ ਸਮਾਂ ਵੀ ਹੈ, ਮੌਤ ਵੀ ਕਹਿੰਦੇ ਨੇ। ਸਾਰੀ ਦੁਨੀਆ ਕਾਲ ਦੇ ਅਧੀਨ ਹੈ, ਲੇਕਿਨ ਆਤਮਾ ਜਿਹੜੀ ਉਹ ਅਕਾਲ ਹੈ। ਆਤਮਾ ਪ੍ਰਮਾਤਮਾ ਦੀ ਅੰਸ਼ ਹੈ, ਪ੍ਰਮਾਤਮਾ ਦਾ ਰੂਪ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਤਮਾ ਦੇ ਉੱਪਰ ਕਾਲ ਦਾ ਕੋਈ ਅਸਰ ਨਹੀਂ ਹੈ, ਸਮੇਂ ਦਾ ਕੋਈ ਅਸਰ ਨਹੀਂ ਹੈ। ਸਮਾਂ ਬੀਤਣ ਦੇ ਨਾਲ ਸਰੀਰ 'ਚ ਬਦਲਾਅ ਹੁੰਦੇ ਰਹਿੰਦੇ ਨੇ, ਲੇਕਿਨ ਆਤਮਾ ਇੱਕ ਰੰਗ ਰਹਿੰਦੀ ਹੈ। ਜਗ ਕੋ ਲਖ ਗਏ ਸੁਪਨ ਸਮਾਨੈ, ਵਰਨ ਆਸ਼ਮਰਨ ਕਿਰਿਆ ਸੁਠਾਨੈ। ਇਸ ਕਰਕੇ ਆਪਣੇ ਇਸ ਜਗਤ ਨੂੰ ਸੁਪਨ ਸਮਾਨ ਸਮਝ ਕੇ ਜੋ ਵੀ ਕੰਮ ਤੁਸੀਂ ਕਰਦੇ ਹੋ, ਕਿਉਂਕਿ ਆਪਣੇ ਹਿੰਦੁਸਤਾਨ ਦੇ ਸਮਾਜ ਵਿੱਚ ਕੰਮ ਦੇ ਨਾਲ ਹੀ ਵਰਣ ਬਣਾਏ ਹੋਏ ਸਨ। ਗੁਰਮਤ ਕਿਸੇ ਵਰਣ ਵੰਡ ਨੂੰ, ਜਾਤ ਪਾਤ ਨੂੰ ਬਿਲਕੁਲ ਨਹੀਂ ਮੰਨਦੀ, ਤੇ ਗੁਰਮਤ ਨੇ ਇਹਦੇ ਵਿਰੋਧ ਤੇ ਇਨਕਲਾਬ ਸ਼ੁਰੂ ਕੀਤਾ ਹੈ। ਮਨੁੱਖੀ ਬਰਾਬਰਤਾ ਦੀ ਗੱਲ, ਮਨੁੱਖੀ ਏਕਤਾ ਦੀ ਗੱਲ ਸਤਿਗੁਰੂ ਜੀ ਨੇ ਗੁਰਬਾਣੀ ਰਾਹੀਂ ਸਾਨੂੰ ਬਖਸ਼ਿਸ਼ ਕੀਤੀ ਹੈ। ਇੱਥੇ ਸਤਿਗੁਰੂ ਜੀ ਦਾ ਕਹਿਣ ਤੋਂ ਭਾਵ ਇਹ ਹੈ ਕਿ ਜੋ ਕੰਮ ਤੁਸੀਂ ਕਰਦੇ ਹੋ, ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜਾ ਸੂਰਮਾ ਹੈ ਉਹਦਾ ਕੰਮ ਲੜਨਾ ਹੀ ਹੈ। ਹੋਰ ਜਿਹੜੇ ਕੰਮ ਜ਼ਿਮੀਂਦਾਰ ਖੇਤੀ ਕਰਦਾ, ਵਪਾਰੀ ਵਪਾਰ ਕਰਦਾ, ਭਈ ਜਿਹੜਾ ਤੁਹਾਡਾ ਕੰਮ ਹੈ ਆਪਣੇ ਉਸ ਕੰਮ ਨੂੰ ਇਮਾਨਦਾਰੀ ਨਾਲ ਕਰੋ। ਕੋਈ ਵੀ ਕੰਮ ਮਾੜਾ ਨਹੀਂ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ, ਸਤਿਗੁਰੂ ਜੀ ਨੇ ਕਿਰਤ ਕਰਨ ਦੀ ਪ੍ਰੇਰਣਾ ਕੀਤੀ ਹੈ। ਕਿਰਤੀਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਕਿਸੇ ਵਿਹਲੜ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ 'ਚ ਨਹੀਂ ਹੈ। ਬੜੇ ਬੜੇ ਹੋਰ ਵੀ ਵਿਦਵਾਨ ਸਨ ਹਿੰਦੁਸਤਾਨ ਦੀ ਧਰਤੀ ਤੇ ਉਦੋਂ, ਜਿਹੜੇ ਕਹਿੰਦੇ ਸਾਡੀ ਬਾਣੀ ਲਿਖ ਦਿਓ। ਸਤਿਗੁਰੂ ਜੀ ਨਾਲ ਝਗੜਾ ਵੀ ਕਰਦੇ ਸਨ, ਪਰ ਸਤਿਗੁਰੂ ਜੀ ਨੇ ਵਿਹਲੜਾਂ ਦੀ ਭਾਵੇਂ ਬਾਣੀ
ਕਿਹੋ ਜਿਹੀ ਵੀ ਹੋਏ ਉਹ ਪ੍ਰਵਾਨ ਨਹੀਂ ਕੀਤੀ। ਗੁਰਮਤਿ ਨੇ ਕਿਰਤੀਆਂ ਨੂੰ ਮਾਣ ਦਿੱਤਾ ਕਿ ਉਹ ਕਿਰਤੀਆਂ ਨੂੰ ਜਦੋਂ ਅਸੀਂ ਪੜ੍ਹਦੇ ਆ ਨਾ, ਕੋਈ ਦੇਖੋ ਜੁੱਤੀਆਂ ਗੰਢਣ ਦਾ ਕੰਮ ਕਰਦਾ ਹੈ, ਕੋਈ ਕੱਪੜੇ ਬਣਾਉਣ ਦਾ ਕੰਮ ਕਰਦਾ ਹੈ, ਕੋਈ ਹਲ ਵਾਹੁਣ ਦਾ ਕੰਮ ਕਰਦਾ ਹੈ। ਵੱਖਰੇ ਵੱਖਰੇ ਕੰਮ ਨੇ, ਵੱਖਰੇ ਵੱਖਰੇ ਸਮਾਜ ਵਿੱਚੋਂ ਉਹ ਲੋਕ ਰੱਬ ਦੇ ਪਿਆਰੇ ਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਅੰਮ੍ਰਿਤ ਬਾਣੀ ਨੂੰ ਮਾਣ ਦਿੱਤਾ, ਕਿਰਤ ਨੂੰ ਵਡਿਆਇਆ। ਦਰਅਸਲ ਕੋਈ ਵੀ ਸਮਾਜ, ਕੋਈ ਵੀ ਮੁਲਕ ਖੁਸ਼ਹਾਲ ਤਾਂ ਹੀ ਹੋ ਸਕਦਾ ਜੇਕਰ ਉੱਥੋਂ ਦੇ ਲੋਕ ਕਿਰਤੀ ਹੋਣ। ਜਿਸ ਮੁਲਕ ਦੇ ਅੰਦਰ ਕਿਰਤੀਆਂ ਦਾ ਸਤਿਕਾਰ ਹੈ, ਉਹ ਮੁਲਕ ਕਦੀ ਗਰੀਬ ਨਹੀਂ ਹੋ ਸਕਦਾ। ਜਿਸ ਮੁਲਕ ਦੇ ਅੰਦਰ ਕਿਰਤੀਆਂ ਦਾ ਤ੍ਰਿਸ਼ਕਾਰ ਹੈ, ਕਿਰਤੀ ਸੜਕਾਂ ਤੇ ਬੈਠੇ ਧਰਨੇ ਲਾਉਂਦੇ ਨੇ, ਉਹ ਮੁਲਕ ਕਦੀ ਅਮੀਰ ਨਹੀਂ ਹੋ ਸਕਦਾ। ਭਾਵੇਂ ਕਿਹੜੀ ਵੀ ਸਦੀ ਆ ਜਾਏ, ਉਹ ਕਦੀ ਅੱਗੇ ਨਹੀਂ ਵੱਧ ਸਕਦਾ। ਵੈਸਟਰਨ ਕੰਟਰੀ ਦੇ ਅੱਗੇ ਵਧਣ ਦਾ ਕਾਰਨ ਕੀ ਹੈ? ਉੱਥੋਂ ਦਾ ਕੋਈ ਰੱਬ ਵੱਖਰਾ ਨਹੀਂ ਹੈ। ਉਹ ਤੇ ਬਹੁਤੇ ਲੋਕ ਰੱਬ ਦੀ ਗੱਲ ਹੀ ਨਹੀਂ ਕਰਦੇ। ਉਹਨਾਂ ਦੇ ਧਰਮ ਸਥਾਨਾਂ ਤੇ ਕਦੀ ਤੁਸੀਂ ਭੀੜਾਂ ਨਹੀਂ ਦੇਖੋਗੇ। 7ਵੇਂ ਦਿਨ ਥੋੜੇ ਲੋਕ ਚਰਚ ਚ ਆਉਂਦੇ ਨੇ, ਉੱਥੇ ਕਦੀ ਮੱਸਿਆ ਨਹੀਂ ਲੱਗਦੀਆਂ, ਉੱਥੇ ਕਦੀ ਪੁੰਨਿਆ ਨਹੀਂ ਲੱਗਦੀਆਂ, ਉੱਥੇ ਕਦੀ ਵੱਡੇ ਵੱਡੇ ਲੰਗਰ ਨਹੀਂ ਲੱਗਦੇ। ਇੱਕ ਉਹਨਾਂ ਲੋਕ ਖੁਸ਼ਹਾਲ ਕਿਉਂ ਨੇ? ਉਹਨਾਂ ਦੀ ਖੁਸ਼ਹਾਲੀ ਦਾ ਕਾਰਨ ਉਹ ਕਿਰਤੀਆਂ ਦਾ ਸਨਮਾਨ ਕਰਦੇ ਨੇ। ਕੋਈ ਮਨੁੱਖ ਕਿਸੇ ਵੀ ਤਰ੍ਹਾਂ ਦੀ ਕਿਰਤ ਕਰਨ ਵਾਲਾ, ਉਹਦੀ ਕਿਰਤ ਦੀ ਉਹ ਵਡਿਆਈ ਕਰਦੇ ਨੇ, ਕਦਰ ਕਰਦੇ ਨੇ, ਕਿਰਤ ਦਾ ਮੁੱਲ ਪਾਉਂਦੇ ਨੇ। ਜਿਸ ਮੁਲਕ ਦੇ ਵਿੱਚ ਵਿਹਲੜਾਂ ਦੇ ਗਲਾਂ 'ਚ ਹਾਰ ਪਾਏ ਜਾਣ, ਜਿਸ ਮੁਲਕ ਦੇ ਵਿੱਚ ਵਿਹਲੜਾਂ ਨੂੰ ਮੱਥੇ ਟੇਕੇ ਜਾਣ, ਜਿਸ ਮੁਲਕ ਦੇ ਅੰਦਰ ਉਹੋ ਜਿਹੇ ਝੂਠ ਬੋਲਣ ਵਾਲੇ ਵੇਡਰਾਂ, ਰਾਜਨੀਤਿਕ ਲੋਕਾਂ ਦੇ ਮਗਰ ਭੀੜਾਂ ਲੱਗੀਆਂ ਫਿਰਨ, ਉਹ ਮੁਲਕ ਦੀ ਖੁਸ਼ਹਾਲੀ ਦੀ ਤੁਸੀਂ ਕਿੱਥੋਂ ਆਸ ਰੱਖੋਗੇ? ਇਸ ਕਰਕੇ ਖੁਸ਼ਹਾਲ ਉਹ ਲੋਕ ਨੇ। ਖੁਸ਼ਹਾਲੀ ਇਸ ਕਰਕੇ ਨਹੀਂ ਕਿ ਅਸੀਂ ਬੜੇ ਮਹਾਨ ਹੈ, ਸਾਡਾ ਕੰਟਰੀ ਬੜਾ ਮਹਾਨ ਹੈ, ਸਾਡਾ ਪਿਛੋਕੜ ਬੜਾ ਮਹਾਨ ਹੈ, ਉਹ ਇੱਕ ਅਲੱਗ ਵਿਰਸਾ ਹੈ। ਖੁਸ਼ਹਾਲੀ ਇਸ ਕਰਕੇ ਹੈ ਕਿ ਜਿਸ ਮੁਲਕ ਅਸੀਂ ਰਹਿ ਰਹੇ ਹਾਂ, ਕੀ ਉੱਥੋਂ ਦੇ ਲੋਕਾਂ ਨੂੰ ਰਜਵੀਂ ਰੋਟੀ ਮਿਲ ਰਹੀ ਹੈ? ਕੀ ਉੱਥੋਂ ਦੇ ਲੋਕਾਂ ਦੀ ਗੁਰਬਤ ਗਰੀਬੀ ਖਤਮ ਹੋ ਗਈ ਹੈ? ਕੀ ਉੱਥੋਂ ਦੇ ਲੋਕ ਐਜੂਕੇਟ ਹੋ ਗਏ ਨੇ, ਉਹਨਾਂ ਦੇ ਕੋਲ ਵਿੱਦਿਆ ਆ ਗਈ ਹੈ? ਜੇ ਉਸ ਸਮਾਜ ਦੇ ਲੋਕ ਅਜੇ ਵੀ ਅਗਿਆਨਤਾ ਦੇ ਹਨੇਰੇ 'ਚ ਨੇ ਤੇ ਖੁਸ਼ਹਾਲੀ ਦੀ ਆਸ ਨਹੀਂ ਰੱਖੀ ਜਾ ਸਕਦੀ। ਇਸ ਕਰਕੇ ਉਹਨਾਂ ਕੰਟਰੀਆਂ ਨੇ ਆਪਣੇ ਲੋਕਾਂ ਨੂੰ ਐਜੂਕੇਟ ਕੀਤਾ। ਦੇਖੋ, ਇੱਥੇ ਬਿਜਲੀ ਫ੍ਰੀ ਦਿੱਤੀ ਜਾ ਸਕਦੀ ਹੈ, ਇੱਥੇ 5-5 ਕਿਲੋ ਰਾਸ਼ਨ ਫ੍ਰੀ ਦਿੱਤਾ ਜਾ ਸਕਦਾ ਹੈ, ਪਰ ਇੱਥੇ ਐਜੂਕੇਸ਼ਨ ਨਹੀਂ ਫ੍ਰੀ ਦਿੱਤੀ ਜਾਏਗੀ। ਕਿਉਂਕਿ ਜੇ ਐਜੂਕੇਸ਼ਨ ਤੁਹਾਨੂੰ ਦੇ ਦਿੱਤੀ, ਤੁਸੀਂ ਸਿਆਣੇ ਬਣ ਜਾਓਗੇ। ਫਿਰ ਸਿਆਣੇ ਬਣ ਗਏ ਤੇ ਮੂਰਖਾਂ ਨੂੰ ਕੌਣ ਚੁਣੇਗਾ? ਸਿਆਣੇ ਬਣ ਗਏ ਤੇ ਮੂਰਖਾਂ ਨੂੰ ਕੌਣ ਚੁਣੇਗਾ? ਇਸ ਕਰਕੇ ਤੁਹਾਨੂੰ ਸਿਆਣੇ ਨਹੀਂ ਬਣਾਇਆ ਜਾਏਗਾ। ਤੁਹਾਨੂੰ ਰਾਸ਼ਨ ਤਾਂ ਮੁਫਤ ਦੇ ਦਿੱਤਾ ਜਾਏਗਾ, ਬਿਜਲੀ ਮੁਫਤ ਦੇ ਦਿੱਤੀ ਜਾਏਗੀ, ਤੁਹਾਡੇ ਬੱਚੇ ਡਰੱਗ ਤੇ ਲੱਗੇ ਉਹਨੂੰ ਅਮਲ ਮੁਫਤ ਦੇ ਦਿੱਤਾ ਜਾਏਗਾ, ਤੁਹਾਨੂੰ ਸਿਹਤ ਦਾ ਇਲਾਜ ਫ੍ਰੀ ਨਹੀਂ ਦਿੱਤਾ ਜਾਏਗਾ, ਤੁਹਾਨੂੰ ਐਜੂਕੇਸ਼ਨ ਫ੍ਰੀ ਦਿੱਤੀ ਜਾਏਗੀ। ਜਾਗਰੂਕ ਹੋਈਏ। ਜਦੋਂ ਇਲੈਕਸ਼ਨਾਂ ਆਉਂਦੀਆਂ ਨੇ, ਲੋਕਾਂ ਨੂੰ ਕਿਹਾ ਕਰੋ ਕਿ ਸਾਨੂੰ ਐਜੂਕੇਸ਼ਨ ਚਾਹੀਦੀ ਹੈ, ਸਾਨੂੰ ਸਿਹਤ ਦੇ ਇਹੋ ਜਿਹੇ ਮੈਡੀਕਲ ਸਥਾਨ ਚਾਹੀਦੇ ਨੇ ਜਿਹੜੇ ਸਾਡੇ ਸਮਾਜ ਨੂੰ ਤੰਦਰੁਸਤ ਰੱਖ ਸਕਣ। ਉਹਨਾਂ ਮੰਦਰਾਂ ਨੂੰ, ਉਹਨਾਂ ਧਰਮ ਸਥਾਨਾਂ ਨੂੰ ਕੀ ਕਰਨਾ ਹੈ? ਜੇ ਸਾਡਾ ਮੁਲਕ ਹੀ ਰੋਗਗ੍ਰਸਤ ਹੋ ਗਿਆ, ਜੇ ਸਾਡੇ ਮੁਲਕ 'ਚ ਮਹਾਮਾਰੀ ਆਏ, ਅਸੀਂ ਸੰਭਾਲ ਹੀ ਨਾ ਸਕੀਏ, ਦੂਜੇ ਮੁਲਕਾਂ ਕੋਲੋਂ ਸਾਨੂੰ ਮਦਦ ਲੈਣੀ ਪਏ, ਤੇ ਕਾਹਦਾ ਮੁਲਕ ਹੈ? ਜਿਸ ਮੁਲਕ ਨੂੰ ਦੂਜਿਆਂ ਤੇ ਡਿਪੈਂਡ ਹੋਣਾ ਪਏ, ਉਹ ਮੁਲਕ ਨੂੰ ਤੁਸੀਂ ਖੁਸ਼ਹਾਲ ਕਹੋਗੇ? ਇਸ ਕਰਕੇ ਖੁਸ਼ਹਾਲੀ ਦੀ ਗੱਲ ਕਰਦਿਆਂ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਸੇ ਹਰ ਬੰਦਾ ਕਿਰਤ ਕਰੇ, ਜੋ ਵੀ ਕੰਮ ਹੈ ਉਹ ਕੰਮ ਨੂੰ ਇਮਾਨਦਾਰੀ ਨਾਲ ਕਰੇ, ਆਪਣੀ ਕਿਰਤ ਨੂੰ ਪਿਆਰ ਕਰੇ। ਕਿਰਤ ਨੂੰ ਪਿਆਰ ਕਰੋਗੇ, ਕਿਰਤ ਹੀ ਬੰਦਗੀ ਬਣ ਜਾਏਗੀ। ਕਿਰਤ ਕੋਈ ਵੀ ਮਾੜੀ ਨਹੀਂ ਹੈ। ਭਾਈ ਮੱਲੂ ਸ਼ਾਹ ਜੀ ਕਿਉਂਕਿ ਫੌਜ ਵਿੱਚ ਸਨ, ਫੌਜੀ ਦਾ ਕੰਮ ਹੈ ਲੜਨਾ। ਸਤਿਗੁਰੂ ਜੀ ਕਹਿੰਦੇ ਜਿੱਥੇ ਰਹਿ ਰਹੇ ਹੋ ਆਪਣੇ ਕੰਮ ਨੂੰ ਇਮਾਨਦਾਰੀ ਦੇ ਨਾਲ ਕਰੋ। ਬ੍ਰਹਮ ਗਿਆਨ ਕੋ ਨਿਤ ਅਭਿਆਸੈ, ਤਨ ਹੰਤਾ ਲਖ ਝੂਠ ਬਿਨਾਸੈ। ਤੁਸੀਂ ਜੇ ਸ਼ਸਤਰ ਵਿਦਿਆ ਜਾਣਦੇ ਹੋ, ਸ਼ਸਤਰ ਵਿਦਿਆ ਵਾਲਾ ਪ੍ਰਾਣੀ ਰੋਜ਼ ਅਭਿਆਸ ਕਰਦਾ ਹੈ। ਫੌਜੀ ਜਿਹੜੇ ਨੇ ਰੋਜ਼ ਆਪਾਂ ਦੇਖਦੇ ਪ੍ਰੈਕਟਿਸ ਕਰਦੇ ਨੇ, ਐਕਸਰਸਾਈਜ਼ਾਂ ਕਰਦੇ ਨੇ, ਉਹਨਾਂ ਦੀਆਂ ਥਾਂ ਥਾਂ ਤੇ ਸਮੇਂ-ਸਮੇਂ ਦੇ ਟ੍ਰੇਨਿੰਗ ਕੋਰਸ ਹੁੰਦੇ ਰਹਿੰਦੇ ਨੇ। ਫੌਜ ਤਾਂ ਹੀ ਕਾਇਮ ਰਹਿ ਸਕਦੀ ਹੈ ਨਾ। ਵਪਾਰੀ ਜੋ ਵਪਾਰ ਕਰਦਾ ਹੈ ਉਹ ਵੀ ਸਮੇਂ-ਸਮੇਂ ਆਪਣੇ ਵਪਾਰ ਨੂੰ ਅਪਡੇਟ ਕਰਦਾ ਹੈ। ਕਿਸੇ ਵੀ ਲਾਈਨ 'ਚ ਆਪਾਂ ਚਲੇ ਜਾਈਏ, ਜਿਹੜੇ ਵੱਡੇ ਵੱਡੇ ਇੰਸਟੀਚਿਊਟ ਚੱਲਦੇ ਨੇ, ਅਦਾਰੇ ਚੱਲਦੇ ਨੇ, ਸੰਸਥਾਵਾਂ ਚੱਲਦੀਆਂ ਨੇ, ਉਹਨਾਂ ਦੇ ਵਿੱਚ ਸਮੇਂ-ਸਮੇਂ ਤੇ ਵਰਕਸ਼ਾਪਾਂ ਲੱਗਦੀਆਂ ਨੇ। ਆਪਸ ਵਿੱਚ ਗੱਲਬਾਤ ਜਿਹੜੀ ਹੈ ਸਾਂਝੀ ਕੀਤੀ ਜਾਂਦੀ ਹੈ, ਹੋਰ ਗਿਆਨ ਦਾ ਵਾਧਾ ਕੀਤਾ ਜਾਂਦਾ ਹੈ। ਕੌਮਾਂ ਦੇ ਵਿੱਚ ਵੀ ਵਰਕਸ਼ਾਪਾਂ ਲੱਗਣੀਆਂ ਚਾਹੀਦੀਆਂ ਨੇ। ਕਿਸੇ ਸਮਾਜ ਨੂੰ ਜੇ ਆਪਾਂ ਉੱਚੀਆਂ ਚੁੱਕਣਾ ਹੈ ਤੇ ਸਮੇਂ-ਸਮੇਂ ਤੇ ਬੈਠ ਕੇ ਵਿਚਾਰ ਵਟਾਂਦਰੇ ਹੋਣੇ ਚਾਹੀਦੇ ਨੇ। ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੀਏ। ਸਤਿਗੁਰੂ ਜੀ ਦੀ ਬਾਣੀ ਵਿੱਚ ਗੋਸ਼ਟਾਂ ਦੀ ਗੱਲ ਹੈ, ਚਰਚਾ ਹੈ, ਸਿੱਧ ਗੋਸ਼ਟ ਬਾਣੀ ਹੈ। ਕਿਤੇ ਮੁਸਲਮਾਨ ਨਾਲ ਚਰਚਾ ਹੈ, ਕਿਤੇ ਪੰਡਤ ਦੇ ਨਾਲ ਚਰਚਾ ਹੈ, ਕਿਤੇ ਜੋਗੀ ਦੇ ਨਾਲ ਚਰਚਾ ਹੈ, ਕਿਤੇ ਸਿੱਧਾਂ ਦੇ ਨਾਲ ਚਰਚਾ ਹੈ। ਸਮੁੱਚੀ ਗੁਰਬਾਣੀ ਜਿਹੜੀ ਇਹ ਡਿਸਕਸ ਹੈ, ਵਿਚਾਰ ਵਟਾਂਦਰਾ ਹੈ। ਜਿੰਨਾ ਚਿਰ ਵਿਚਾਰ ਵਟਾਂਦਰੇ ਦੀ ਗੱਲ ਸ਼ੁਰੂ ਨਹੀਂ ਹੋਏਗੀ, ਉਹਨਾਂ ਚਿਰ ਸਾਡਾ ਵਿਕਾਸ ਨਹੀਂ ਹੋਏਗਾ। ਸਾਨੂੰ ਸਾਡੇ ਸਤਿਗੁਰੂ ਜੀ ਨੇ ਬੜੀ ਅਮੀਰ ਦਾਤ ਦਿੱਤੀ ਹੈ, ਬੜੀ ਮਹਾਨ ਪਵਿੱਤਰ ਬਾਣੀ ਦਿੱਤੀ ਹੈ।
ਪਰ ਅਫਸੋਸ ਅਸੀਂ ਗੁਰਬਾਣੀ ਤੋਂ ਸੇਧ ਲੈ ਕੇ ਬਜਾਏ ਇਸੇ ਕਿ ਵਿਚਾਰ ਵਟਾਂਦਰੇ ਨਾਲ ਅੱਗੇ ਵਧਦੇ, ਅਸੀਂ ਬਾਣੀ ਦੇ ਨਾਂ ਤੇ ਲੜਨਾ ਸ਼ੁਰੂ ਕਰ ਦਿੱਤਾ। ਇਹ ਸਾਡੀ ਮੰਦਭਾਗਤਾ ਹੈ। ਬਾਣੀ ਦੇ ਨਾਂ ਤੇ ਲੜਿਆ ਜਾਂਦਾ ਹੈ, ਇਹ ਬਾਣੀ ਇਦਾਂ ਪੜ੍ਹਨੀ, ਇਹ ਨਹੀਂ ਪੜ੍ਹਨੀ, ਉਹ ਪੜ੍ਹਨੀ ਹੈ, ਸਿਰ ਪਾੜ ਦਿੱਤੇ ਜਾਂਦੇ, ਪੱਗਾਂ ਲੱਹ ਜਾਂਦੀਆਂ ਨੇ। ਇਹ ਸਾਡੀ ਬਦਕਿਸਮਤੀ ਹੈ। ਬਾਣੀ ਵਿਚਾਰ ਕਰਨ ਦੇ ਲਈ ਹੈ, ਬਾਣੀ ਚਰਚਾ ਕਰਨ ਦੇ ਲਈ ਹੈ, ਗੁਰਬਾਣੀ ਆਪਸੀ ਸੰਵਾਦ ਰਚਾ ਕੇ ਅੱਗੇ ਵਧਣ ਦੇ ਲਈ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਆਪਣੇ ਗਿਆਨ ਨੂੰ ਹੋਰ ਵਧਾਓ, ਅੱਗੇ ਵਧੋ। ਮੈਂ ਬੇਨਤੀ ਕਰ ਰਿਹਾ ਸਾਂ, ਕੋਈ ਸੰਸਥਾ ਹੈ, ਕੋਈ ਅਦਾਰਾ ਹੈ, ਕਿਸੇ ਵੀ ਲਾਈਨ ਦੇ ਨਾਲ ਕੋਈ ਪ੍ਰਾਣੀ ਜੁੜਿਆ, ਉਹ ਆਪਣੀ ਗਿਆਨ ਨੂੰ ਵਧਾਉਣਾ ਚਾਹੁੰਦਾ ਹੈ, ਤੇ ਸਤਿਗੁਰੂ ਜੀ ਨੇ ਇੱਥੇ ਵੀ ਪ੍ਰੇਰਨਾ ਕੀਤੀ ਕਿ ਆਪਣੀ ਜ਼ਿੰਦਗੀ ਦੇ ਅੰਦਰ ਜਿਵੇਂ ਤੁਸੀਂ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹੋ, ਆਪਣੇ ਜੀਵਨ ਨੂੰ ਜਾਣਨ ਦੇ ਲਈ ਵੀ ਕੋਈ ਅਭਿਆਸ ਕਰਿਆ ਕਰੋ। ਉਹ ਤੇ ਸਾਡੀ ਰੋਜੀ ਹੈ, ਰੋਟੀ ਹੈ, ਉਪਜੀਵਕਾ ਹੈ। ਉਪਜੀਵਕਾ ਕੋਈ ਵੀ ਹੈ, ਉਹਦੇ ਲਈ ਅਸੀਂ ਕਿੰਨੀ ਮਿਹਨਤ ਕਰਦੇ ਹਾਂ, ਕੋਈ ਵਪਾਰ ਕਰਦੇ ਹਾਂ, ਕੋਈ ਨੌਕਰੀ ਕਰਦੇ ਹਾਂ, ਕੋਈ ਹੋਰ ਖੇਤੀਬਾੜੀ ਕਰਦੇ, ਕਿੰਨੀ ਮਿਹਨਤ ਕਰਦੇ ਹਾਂ। ਜਿਉਂਦੇ ਰਹਿਣ ਲਈ ਰੋਟੀ ਜ਼ਰੂਰੀ ਹੈ, ਰੋਟੀ ਦੇ ਲਈ ਕਿਰਤ ਬੜੀ ਜ਼ਰੂਰੀ ਹੈ। ਕਿਰਤ ਦੇ ਲਈ ਜੋ ਕੰਮ ਕਰਦੇ ਉਹਦੇ ਲਈ ਗਿਆਨ 'ਚ ਵਾਧਾ ਹੋਣਾ ਜ਼ਰੂਰੀ ਹੈ। ਪਰ ਜਿੱਥੇ ਕਿਰਤ ਦੀ ਲੋੜ ਹੈ, ਉੱਥੇ ਇਸ ਜ਼ਿੰਦਗੀ ਨੂੰ ਸਵਾਰਨ ਦੇ ਲਈ ਆਤਮ ਗਿਆਨ ਦੀ ਲੋੜ ਹੈ। ਕੱਲੀ ਰੋਟੀ ਨਹੀਂ ਸਾਨੂੰ ਸੁੱਖ ਨਹੀਂ ਦੇਣਾ, ਰੋਟੀ ਜ਼ਰੂਰੀ ਹੈ, ਪਰ ਰੋਟੀ ਸਾਨੂੰ ਕਲਿਆਣ ਨਹੀਂ ਦੇਵੇਗੀ, ਰੋਟੀ ਸਾਨੂੰ ਜਿਹੜੀ ਪਰਮ ਸੁੱਖ ਨਹੀਂ ਦੇਵੇਗੀ। ਜੇ ਪਰਮ ਸੁੱਖ ਮੰਨਣਾ, ਆਨੰਦ ਮੰਨਣਾ, ਤੇ ਸਤਿਗੁਰੂ ਜੀ ਕਹਿੰਦੇ ਰੋਜ਼ ਆਤਮ ਗਿਆਨ ਦਾ ਅਭਿਆਸ ਵੀ ਕਰਿਆ ਕਰੋ। ਦੇਖੋ, ਸਾਡਾ ਜੀਵਨ ਜਿਹੜਾ ਹੈ ਉਹ ਕੱਲਾ ਰੋਟੀ ਤੱਕ ਸੀਮਿਤ ਨਹੀਂ ਹੈ। ਜਦੋਂ ਅਸੀਂ ਆਪਣੇ ਜੀਵਨ ਦਾ ਪੱਧਰ ਦੇਖਦੇ ਹਾਂ, ਸਾਡਾ ਆਤਮਿਕ ਜੀਵਨ ਹੈ, ਸਾਡਾ ਸਰੀਰਕ ਜੀਵਨ ਹੈ, ਸਾਡਾ ਸਮਾਜਿਕ ਜੀਵਨ ਹੈ। ਇਹ 3-4 ਪੱਧਰ ਨੇ ਸਾਡੀ ਜ਼ਿੰਦਗੀ ਦੇ। ਸਮਾਜਿਕ ਤੌਰ ਤੇ ਅਸੀਂ ਚਾਹੁੰਦੇ ਸਾਡਾ ਵਧੀਆ ਸਮਾਜ ਹੋਣਾ ਚਾਹੀਦਾ ਹੈ। ਸਮੇਂ-ਸਮੇਂ ਤੇ ਸਮਾਜ ਨੂੰ ਵਧੀਆ ਬਣਾਉਣ ਲਈ ਦਾਨੇ ਪ੍ਰਧਾਨੇ ਜਿਹੜੇ ਲੋਕ ਨੇ, ਦਾਨਸਮੰਦ ਲੋਕ ਨੇ, ਉਹ ਸਮਾਜ ਦੇ ਪ੍ਰਤੀ ਚਿੰਤਤ ਨੇ, ਜਿਹੜੇ ਉਹ ਸਮਾਜ ਦੇ ਵਿੱਚੋਂ ਬੁਰਾਈਆਂ ਨੂੰ ਦੂਰ ਕਰਨ ਲਈ ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਨੇ। ਕਰਨਾ ਚਾਹੀਦਾ ਹੈ, ਬੜੀ ਭਲੀ ਗੱਲ ਹੈ। ਸਮਾਜ ਵਧੀਆ ਹੋਣਾ ਚਾਹੀਦਾ ਹੈ। ਔਰ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਮਾਜ ਨੂੰ ਵਧੀਆ ਬਣਾਉਣ ਦੇ ਲਈ ਦਾਤ ਦਿੱਤੀ ਸੀ ਕਿ ਵੰਡ ਕੇ ਛਕੋ, ਤੁਸੀਂ ਵੰਡ ਕੇ ਛਕੋ। ਔਰ ਇਸੇ ਤਰੀਕੇ ਨਾਲ ਸਰੀਰਕ ਤੌਰ ਤੇ ਅਸੀਂ ਤੰਦਰੁਸਤ ਹੋਣੇ ਚਾਹੀਦੇ ਹਾਂ। ਕੱਲਾ ਸਮਾਜ ਹੀ ਤੰਦਰੁਸਤ ਹੋਏ, ਅਸੀਂ ਰੋਗੀ ਹੋਈਏ ਤਾਂ ਵੀ ਗੱਲ ਬਣਦੀ ਨਹੀਂ। ਸਮਾਜ ਮਨੁੱਖਾਂ ਨਾਲ ਬਣਦਾ ਹੈ। ਜੇ ਮਨੁੱਖ ਰੋਗੀ ਨੇ ਤਾਂ ਸਮਾਜ ਤੰਦਰੁਸਤ ਕਿੱਥੋਂ ਹੋਵੇਗਾ? ਅਸੀਂ ਸਰੀਰਕ ਤੌਰ ਤੇ ਤੰਦਰੁਸਤ ਹੋਈਏ, ਆਪਣੇ ਸਰੀਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਰੋਜ਼ ਚੰਗਾ ਖਾਣਾ, ਲੋੜ ਅਨੁਸਾਰ ਖਾਣਾ, ਤੰਦਰੁਸਤੀ ਵਾਸਤੇ ਖਾਣਾ। ਇਹ ਢਿੱਡ ਭਰਨ ਲਈ ਨਹੀਂ ਖਾਣਾ, ਤੰਦਰੁਸਤੀ ਲਈ ਖਾਣਾ। ਅਗਲੀ ਗੱਲ ਇਹ ਹੈ ਕਿ ਰੋਜ਼ ਆਪਣੇ ਸਰੀਰ ਦੀ ਸੰਭਾਲ ਕਰਨੀ, ਕੋਈ ਵਰਜਿਸ਼ ਕਰਨੀ, ਐਕਸਰਸਾਈਜ਼ ਕਰਨੀ, ਕੋਈ ਸੈਰ ਕਰਨੀ, ਇਹੋ ਜਿਹੀਆਂ ਜੋ ਵੀ ਆਪਾਂ ਕਰ ਸਕਦੇ ਹਾਂ, ਇਹ ਬਹੁਤ ਜ਼ਰੂਰੀ ਹੈ। ਸਾਡੇ ਸਤਿਗੁਰੂ ਜੀ ਨੇ ਇਕੱਲੀ ਮਾਲਾ ਨਹੀਂ ਫੜਾਈ ਸਾਨੂੰ ਸਦਕੇ ਦੀ, ਕਿਤੇ ਵੀ ਕਿਹਾ। ਦੇਖੋ, ਗੁਰੂ ਸਾਹਿਬ ਜੀ ਨੇ ਮੱਲ ਅਖਾੜੇ ਰਚੇ। ਸਤਿਗੁਰੂ ਗੁਰੂ ਅੰਗਦ ਦੇਵ ਜੀ ਖਨੂਰ 'ਚ ਬੈਠੇ ਨੇ, ਉੱਥੇ ਮੱਲ ਅਖਾੜੇ ਰਚੇ ਕਿ ਸਰੀਰਕ ਵਰਜਿਸ਼ ਵੀ ਹੋਣੀ ਚਾਹੀਦੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਦੇ ਲਈ ਸਾਨੂੰ ਸਰੀਰਕ ਅਭਿਆਸ ਕਰਨ ਦੀ ਗੱਲ ਕਹੀ। ਆਤਮਿਕ ਤੌਰ ਤੇ ਤੰਦਰੁਸਤ ਰਹੀਏ, ਮਾਨਸਿਕ ਤੌਰ ਤੇ ਤੰਦਰੁਸਤ ਰਹੀਏ। ਸਾਨੂੰ ਕਿਹਾ ਕਿ ਰੋਜ਼ ਆਪਣੀ ਸਵੈ ਪੜਚੋਲ ਕਰਿਆ ਕਰੋ, ਆਤਮਿਕ ਗਿਆਨ ਨੂੰ ਜਾਣਿਆ ਕਰੋ, ਗੁਰਬਾਣੀ ਰਾਹੀਂ ਆਪਣੇ ਅੰਦਰ ਝਾਤ ਮਾਰਿਆ ਕਰੋ, ਬ੍ਰਹਮ ਗਿਆਨ ਦਾ ਅਭਿਆਸ ਕਰਿਆ ਕਰੋ। ਇਮ ਹੀ ਕ੍ਰਿਸ਼ਨ ਕੀਨ ਉਪਦੇਸ਼। ਦੇਖੋ, ਸਤਿਗੁਰੂ ਜੀ ਨੇ ਕਿਹਾ ਕਿ ਗੀਤਾ ਨੂੰ ਪੜ੍ਹ ਕੇ ਦੇਖੋ, ਉੱਥੇ ਵੀ ਤੇ ਉਪਦੇਸ਼ ਦਿੱਤਾ ਹੈ, ਗਿਆਨ ਦਿੱਤਾ ਹੈ ਸਤਿਗੁਰੂ ਸ਼੍ਰੀ ਕ੍ਰਿਸ਼ਨ ਜੀ ਨੇ। ਅਰਜਨ ਧਾਰਿਓ ਹਿਰਦੇ ਵਿਸ਼ੇਸ਼। ਔਰ ਅਰਜਨ ਨੇ ਉਹ ਮੰਨਿਆ ਜੋ ਗਿਆਨ ਦਿੱਤਾ ਹੈ। ਵਰਣ ਧਰਮ ਰਣ ਕਰੋ ਮਹਾਨੇ। ਆਪਣਾ ਜੋ ਧਰਮ ਹੈ, ਉਹ ਧਰਮ ਦੇ ਵਿੱਚ ਤੁਸੀਂ ਮਹਾਨਤਾ ਦਰਸਾਓ, ਉਸ ਧਰਮ ਦੇ ਵਿੱਚ ਤੁਸੀਂ ਖੂਬੀ ਕਰੋ। ਆਤਮ ਸਾਜ ਕੂੜ ਤਨ ਜਾਣੈ। ਇਸ ਕਰਕੇ ਆਤਮਿਕ ਜੀਵਨ ਸੱਚ ਹੈ, ਆਤਮਾ ਸਦਾ ਕਾਇਮ ਰਹਿਣ ਵਾਲੀ ਹੈ, ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ। ਇਸ ਗੱਲ ਨੂੰ ਆਪਣੇ ਹਿਰਦੇ 'ਚ ਵਸਾ ਲਓ। ਦੀਜੈ ਦਾਨ ਸੁਕਰਮ ਕਰੀਜੈ। ਇਸ ਕਰਕੇ ਜ਼ਿੰਦਗੀ ਦੇ ਅੰਦਰ ਜਿੱਥੇ ਅਸੀਂ ਕਿਰਤ ਕਰਨੀ ਹੈ, ਉੱਥੇ ਅਗਲੀ ਗੱਲ ਹੈ ਕਿ ਦਾਨ ਦਾ ਜੋ ਅਰਥ ਹੈ ਨਾ ਗੁਰਮਤਿ ਅੰਦਰ, ਇਹਨੂੰ ਆਪਾਂ ਵੰਡ ਕੇ ਛਕਣ ਤੋਂ ਲੈਨੇ ਆ। ਦਾਨ ਲਫ਼ਜ਼ ਵੈਸੇ ਬਹੁਤਾ ਸਤਿਕਾਰਯੋਗ ਨਹੀਂ ਰਿਹਾ। ਇਕੱਲਾ ਦਾਨ ਜਿਹੜਾ ਹੈ, ਆਪਣੇ ਮੁਲਕ 'ਚ ਬੜੇ ਦਾਨ ਹੁੰਦੇ ਨੇ। ਕੋਈ ਸੋਨੇ ਦਾ ਦਾਨ ਕਰਨ ਵਾਲਾ ਵੀ ਹੋਇਆ ਹੈ, ਕੋਈ ਜ਼ਮੀਨ ਦਾ ਦਾਨ ਕਰਨ ਵਾਲੀ ਹੋਇਆ ਹੈ। ਇੱਥੇ ਤੇ ਦਾਨ ਬੜੇ ਬੜੇ ਅਲੌਕਿਕ ਨੇ। ਇਹੋ ਜਿਹਾ ਦਾਨ ਇੱਕ ਪ੍ਰਚਲਿਤ ਕਰ ਦਿੱਤਾ ਹੈ, ਇਸਤਰੀ ਅਰਪਣ ਕਰੇ ਸ਼ਿੰਗਾਰ ਸਮੇਤ, ਕਿ ਬਨਾਰਸ ਵਿੱਚ ਜਾ ਕੇ ਆਪਣੀ ਇਸਤਰੀ ਨੂੰ ਗਹਿਣਿਆਂ ਨਾਲ ਸ਼ਿੰਗਾਰ ਕੇ ਉਹ ਪੰਡਿਤ ਨੂੰ ਦਾਨ ਕਰਦੇ, ਆਪ ਤੁਸੀਂ ਮਰ ਜਾਓ, ਤੁਹਾਨੂੰ ਸਰਗ ਮਿਲ ਜਾਏਗਾ। ਇਹੋ ਜਿਹੇ ਦਾਨ ਵੀ ਹੋਏ ਨੇ ਇੱਥੇ। ਹੋ ਸਕਦਾ ਅੱਜ ਵੀ ਹੁੰਦੇ ਹੋਣ ਕਿਤੇ ਨਾ ਕਿਤੇ, ਲੇਕਿਨ ਹੋਏ ਨੇ। ਲੇਕਿਨ ਇਸ ਦਾਨ ਦੀ ਚਰਚਾ ਗੁਰਮਤਿ ਅੰਦਰ ਨਹੀਂ ਹੈ। ਇਸ ਦਾਨ ਦੇ ਨਾਲ ਆਪਾਂ ਪੜ੍ਹਦੇ ਕਿ ਫਲਾਣਾ ਰਾਜਾ ਸੋਨਾ ਦਾਨ ਕਰਦਾ ਸੀ, ਕਿ ਹਿੰਦੁਸਤਾਨ ਖੁਸ਼ਹਾਲ ਹੋ ਗਿਆ, ਕਿ ਇੱਥੋਂ ਭੁੱਖਮਰੀ ਖਤਮ ਹੋ ਗਈ।
ਇਵੇਂ ਦਾਨ ਕਰਨ ਦੇ ਨਾਲ ਕਦੀ ਵੀ ਭੁੱਖਮਰੀ ਖਤਮ ਨਹੀਂ ਹੋਏਗੀ। ਭਿਖਾਰੀ ਪੈਦਾ ਹੋਣਗੇ, ਵਿਹਲੜ ਪੈਦਾ ਹੋਣਗੇ। ਵਿਹਲੜ ਪੈਦਾ ਕੀਤੇ ਆਪਾਂ ਇਸ ਦਾਨ ਦੇ ਆਸਰੇ ਤੇ। ਆਪਾਂ ਦੇਖਦੇ ਹਾਂ ਦਾਨ ਦਾ ਫਲਸਫਾ ਬੜਾ ਤਗੜਾ ਹੈ। ਦਾਨ ਦਾ ਅਰਥ ਹੈ ਵੰਡ ਕੇ ਛਕਣਾ। ਦਾਨ ਦਾ ਅਰਥ ਇਹ ਹੈ ਕਿ ਤੁਸੀਂ ਆਪ ਜ਼ਿੰਦਗੀ 'ਚ ਗਿਆਨਵਾਨ ਹੋ ਕੇ, ਕੰਮਕਾਰ ਦੇ ਪੱਖ ਤੋਂ ਉੱਚੇ ਉੱਠ ਕੇ, ਆਰਥਿਕ ਤੌਰ ਤੇ, ਰੁਤਬੇ ਦੇ ਤੌਰ ਤੇ ਉੱਚੇ ਉੱਠ ਕੇ, ਜਿਹੜੇ ਲੋਕ ਪਛੜ ਗਏ ਨੇ ਉਹਨਾਂ ਨੂੰ ਅੱਗੇ ਵਧਾਉਣ ਦਾ ਯਤਨ ਕਰਨਾ, ਇਹਨੂੰ ਦਾਨ ਕਿਹਾ ਜਾਂਦਾ ਹੈ। ਦਾਨ ਕੋ ਕੱਲਾ ਰੁਪਈਏ ਦੇਣ ਤੋਂ ਨਹੀਂ ਹੈ। ਦਾਨ ਕੋ ਕੱਲਾ ਕੋ ਭੋਜਨ ਕੱਪੜਾ ਦੇਣ ਤੋਂ ਨਹੀਂ ਹੈ। ਚਲੋ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਲੋੜਵੰਦਾਂ ਦੀ ਇਹ ਸੇਵਾ ਕਰਨੀ ਵੀ ਭਲੀ ਗੱਲ ਹੈ, ਪਰ ਦਾਨ ਦੀ ਡੈਫੀਨੇਸ਼ਨ ਬੜੀ ਵੱਡੀ ਹੈ। ਜੇ ਦਾਨ ਦੀ ਗੱਲ ਸਾਨੂੰ ਸਮਝ ਆ ਜਾਏ, ਸਾਡਾ ਤੇ ਸਮਾਜ ਇੱਕਦਮ ਖੁਸ਼ਹਾਲ ਹੋ ਜਾਏ ਕਿ ਜੋ ਵੀ ਤੁਹਾਡੇ ਕੋਲ ਹੈ, ਜਿਸ ਵੀ ਰੁਤਬੇ ਤੇ ਤੁਸੀਂ ਬੈਠੇ ਹੋ, ਜਿਹੜੀ ਵੀ ਤਾਕਤ ਤੁਹਾਡੇ ਕੋਲ, ਕਲਮ ਦੀ ਤਾਕਤ ਹੈ, ਕਲਮ ਨਾਲ ਗਿਆਨ ਕਰੋ, ਬੁਰਾਈਆਂ ਦੇ ਵਿਰੁੱਧ ਲਿਖੋ। ਤੁਸੀਂ ਸਮਾਜ ਵਿੱਚ ਜੋ ਕੁਝ ਮਾੜਾ ਹੋ ਰਿਹਾ ਉਹਦੇ ਵਿਰੁੱਧ ਲਿਖਣ ਦਾ ਯਤਨ ਕਰੋ। ਸਿਆਣੇ ਕਹਿੰਦੇ ਨੇ ਬੁਰਾ ਹੋ ਰਿਹਾ, ਜਿਹੜੇ ਬੁਰੇ ਦੇ ਵਿਰੁੱਧ ਲੜ ਰਹੇ ਨੇ ਉਹਨਾਂ ਦਾ ਸਾਥ ਦਿਓ। ਜੇ ਸਾਥ ਨਹੀਂ ਦੇ ਸਕਦੇ ਤੇ ਤੁਸੀਂ ਉਹਨਾਂ ਦਾ ਹੌਸਲਾ ਵਧਾਓ, ਉਹਨਾਂ ਦੇ ਲਈ ਲਿਖੋ, ਉਹਨਾਂ ਦੇ ਲਈ ਹਾਂ ਦਾ ਨਾਅਰਾ ਮਾਰੋ, ਪਰ ਉਹਨਾਂ ਦੀ ਵਿਰੋਧਤਾ ਤੇ ਨਾ ਕਰੋ। ਅੱਜ ਬੜੀਆਂ ਕਲਮਾਂ ਨੇ ਜਿਹੜੀਆਂ ਸਮਾਜ 'ਚ ਬੁਰਾਈਆਂ ਫੈਲਾਉਣ ਲਈ ਚੱਲ ਰਹੀਆਂ ਨੇ। ਇੱਕ ਬੜੀ ਪਿਆਰੀ ਗੱਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਚੇਤੇ ਆ ਗਈ। ਉਹਨਾਂ ਦੇ ਇੱਕ ਮੁਨਸ਼ੀ ਸਨ ਭਾਈ ਆਸਾ ਸਿੰਘ ਜੀ। ਇੱਕ ਵਾਰੀ ਸਤਿਗੁਰੂ ਜੀ ਕਿਤੇ ਬਾਹਰ ਸਨ ਤੇ ਇੱਕ ਸਿੱਖ ਲੋੜਵੰਦ ਆ ਗਿਆ। ਉਹਨੇ ਕਿਹਾ ਕਿ ਮੇਰੀ ਬੱਚੀ ਦਾ ਵਿਆਹ ਕਾਰਜ ਹੈ ਤੇ ਮੈਂ ਸਤਿਗੁਰੂ ਜੀ ਕੋਲ ਕੋਈ ਮਦਦ ਲੈਣ ਲਈ ਆਇਆ। ਭਾਈ ਆਸਾ ਸਿੰਘ ਜੀ ਨੇ ਕਿਹਾ ਕਿ ਸਤਿਗੁਰੂ ਜੀ ਬਾਹਰ ਨੇ, ਸਿੱਖ ਲੋੜਵੰਦ ਹੈ, ਇਹਦੀ ਮਦਦ ਹੋਣੀ ਚਾਹੀਦੀ। ਉਹਨਾਂ ਨੇ ਆਪਣੇ ਕੋਲੋਂ ਕੁਝ ਪੈਸਿਆਂ ਦੀ, ਜਿਹਨੂੰ ਅੱਜ ਕੱਲ੍ਹ ਆਪਾਂ ਚੈੱਕ ਕਹਿੰਦੇ ਆ ਨਾ, ਹੁੰਡੀ ਲਿਖ ਦਿੱਤੀ। ਜਿਸ ਸ਼ਹਿਰ ਦਾ ਸੀ ਉਸ ਨਾਂ ਦੇ ਕਿਸੇ ਸਿੱਖ ਦੇ ਵਪਾਰੀ ਦੇ ਨਾਂ ਹੁੰਡੀ ਲਿਖ ਦਿੱਤੀ ਕਿ ਇੰਨੇ ਪੈਸੇ ਨੂੰ ਦੇ ਦਿਓ। ਉਹ ਵਿਅਕਤੀ ਚਲਿਆ ਗਿਆ। ਭਾਈ ਆਸਾ ਸਿੰਘ ਜੀ ਭੁੱਲ ਗਏ, ਉਹਨਾਂ ਨੇ ਸਤਿਗੁਰੂ ਜੀ ਨੂੰ ਦੱਸਿਆ ਨਾ, ਦੱਸਣਾ ਭੁੱਲ ਗਏ। ਜਾਣ ਬੁੱਝ ਕੇ ਨਹੀਂ, ਗਲਤੀ ਨਾਲ ਨਹੀਂ, ਐਵੇਂ ਭੁਲੇਖਾ ਲੱਗ ਗਿਆ। ਸਮਾਂ ਪਾ ਕੇ ਉਹ ਸ਼ਾਹੂਕਾਰ ਸਤਿਗੁਰੂ ਜੀ ਕੋਲ ਆਇਆ ਕਿ ਮਹਾਰਾਜ ਆ ਤੁਹਾਡੇ ਵੱਲੋਂ ਚੈੱਕ ਮਿਲਿਆ ਸੀ, ਦੇਣਾ ਸੀ, ਪੈਸੇ ਮੈਂ ਦੇ ਦਿੱਤੇ ਤੇ ਕਿਰਪਾ ਕਰਕੇ ਮੈਨੂੰ ਦੇ ਦਿਓ। ਸਤਿਗੁਰੂ ਜੀ ਕਹਿੰਦੇ ਅਸੀਂ ਤੇ ਕੋਈ ਨਹੀਂ ਕੱਟਿਆ, ਅਸੀਂ ਤੇ ਕਿਸੇ ਨੂੰ ਕੋਈ ਪੈਸੇ ਨਹੀਂ, ਹੁੰਡੀ ਨਹੀਂ ਦਿੱਤੀ। ਜਾਂ ਦੇਖਿਆ ਉਹਦੇ ਤੇ ਦਸਤਖਤ ਆਸਾ ਸਿੰਘ ਜੀ ਦੇ ਸਨ। ਆਸਾ ਸਿੰਘ ਜੀ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਨੂੰ ਪਤਾ ਲੱਗ ਗਿਆ ਮੈਂ ਤੇ ਗਲਤੀ ਕੀਤੀ, ਮੈਂ ਦੱਸਿਆ ਨਹੀਂ। ਡਰ ਗਏ ਭਾਈ ਆਸਾ ਸਿੰਘ, ਡਰ ਕੇ ਭੱਜ ਗਏ, ਕਿਸੇ ਪਿੰਡ ਜਾ ਕੇ ਲੁਕ ਗਏ। ਹੁਣ ਸਤਿਗੁਰੂ ਜੀ ਗਰੀਬ ਨਵਾਜ਼ ਸਨ, ਉਹਨਾਂ ਨੂੰ ਪਤਾ ਸੀ ਕਿ ਆਸਾ ਸਿੰਘ ਜੀ ਨੇ ਕੰਮ ਵਧੀਆ ਕੀਤਾ, ਪਰ ਜਾਣ ਬੁੱਝ ਕੇ ਡਰ ਗਿਆ, ਪਤਾ ਨਹੀਂ ਕਿਉਂ। ਸਤਿਗੁਰੂ ਜੀ ਨੂੰ ਪਤਾ ਲੱਗਾ ਜਿੱਥੇ ਆਸਾ ਸਿੰਘ ਸੀ ਉਸ ਪਿੰਡ ਦੇ ਲੋਕਾਂ ਨੂੰ ਇੱਕ ਚਿੱਠੀ ਲਿਖੀ। ਚਿੱਠੀ ਤੇ ਲਿਖਿਆ ਸੀ ਕਿ ਤੁਹਾਡੇ ਪਿੰਡ ਇੱਕ ਸਾਡਾ ਚੋਰ ਆ ਗਿਆ, ਉਹਨੂੰ ਫੜ ਕੇ ਲਿਆਓ ਸਾਡੇ ਕੋਲ। ਚਿੱਠੀ ਜਦੋਂ ਪਹੁੰਚੀ, ਅੱਗੋਂ ਭਾਈ ਆਸਾ ਸਿੰਘ ਜੀ ਨੇ ਇੱਕ ਚਿੱਠੀ ਲਿਖੀ ਸਤਿਗੁਰੂ ਜੀ ਵੱਲ ਨੂੰ, ਬੜੀ ਪਿਆਰੀ। ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਮੇਰੇ ਹੱਥ 'ਚ ਕਲਮ ਫੜਾਈ ਸੀ ਤੇ ਕਲਮ ਇੱਕ ਗੱਲ ਕਹਿੰਦੀ ਹੈ ਕਿ ਮੁਖ ਮੇਰੋ ਕਾਰਾ ਕਰੇ ਕਰਤ ਨ ਪਰ ਉਪਕਾਰ। ਜਦੋਂ ਅਸੀਂ ਕਲਮ ਨਾਲ ਲਿਖਦੇ ਸਾਂ ਨਾ, ਉਹਨੂੰ ਪਹਿਲਾਂ ਸਿਆਹੀ 'ਚ ਡੋਬ ਕੇ ਫਿਰ ਲਿਖਦੇ ਸਾਂ। ਬਚਪਨ ਜਦੋਂ ਅਸੀਂ ਪੜ੍ਹਦੇ ਸਾਂ ਕਦੀ, ਹੁਣ ਤੇ ਦੂਜੀਆਂ ਪੈਨਸਲਾਂ ਕਲਮਾਂ ਆ ਗਈਆਂ ਨੇ, ਬਾਲ ਪੈਨ ਆ ਗਏ ਨੇ। ਉਹ ਮੁਖ ਮੇਰੋ ਕਾਰਾ ਕਰੇ ਕਰਤ ਨ ਪਰ ਉਪਕਾਰ। ਜਿਹੜਾ ਬੰਦਾ ਮੇਰਾ ਮੁਖ ਕਾਲਾ ਕਰਕੇ ਲਿਖੇ ਤੇ ਫਿਰ ਪਰਉਪਕਾਰ ਦੀ ਗੱਲ ਨਾ ਲਿਖੇ, ਮੁਖ ਤਾ ਕੋ ਕਾਰਾ ਕਰੋ ਸਾਈਂ ਦੇ ਦਰਬਾਰ, ਉਹਦਾ ਰੱਬ ਦੇ ਦਰ ਤੇ ਮੂੰਹ ਕਾਲਾ ਕੀਤਾ ਜਾਏਗਾ। ਸੱਚ ਜਾਣ ਲੈਣਾ ਕਲਮਾਂ ਵਾਲਿਓ, ਜੇ ਕਲਮਾਂ ਨਾਲ ਅਸੀਂ ਮਾੜੀਆਂ ਗੱਲਾਂ ਲਿਖਾਂਗੇ ਤੇ ਸਾਡਾ ਮੁਖ ਤੇ ਕਾਲਾ ਹੋਏਗਾ ਹੀ। ਜੇ ਕਲਮ ਦੇ ਨਾਲ ਅਸੀਂ ਸਮਾਜ 'ਚੋਂ ਬੁਰਾਈਆਂ ਦੇ ਵਿਰੁੱਧ ਨਾ ਲਿਖਿਆ, ਬੁਰਾਈਆਂ ਦੇ ਵਿਰੁੱਧ ਲਿਖਣਾ ਵੀ ਇੱਕ ਦਾਨ ਹੈ, ਲੋਕਾਂ ਨੂੰ ਬੁਰਾਈਆਂ ਤੋਂ ਮੁਕਤ ਕਰਨਾ ਵੀ ਇੱਕ ਦਾਨ ਹੈ, ਡਿੱਗੀਆਂ ਢੱਠਿਆਂ ਦਾ ਹੌਸਲਾ ਵਧਾਉਣਾ ਵੀ ਇੱਕ ਦਾਨ ਹੈ। ਇਸ ਕਰਕੇ ਦਾਨ ਦਾ ਤੇ ਪੱਖ ਹੀ ਬਹੁਤ ਵੱਡਾ। ਵੰਡ ਕੇ ਛਕਣ ਦਾ ਅਰਥ ਕਿ ਜੋ ਕੁਝ ਤੁਹਾਡੇ ਕੋਲ ਹੈ ਉਹਦੇ ਰਾਹੀਂ ਦੂਸਰਿਆਂ ਨੂੰ ਉੱਚੇ ਉਠਾਉਣ ਦਾ ਯਤਨ ਕਰੋ। ਇਸ ਤਰੀਕੇ ਨਾਲ ਉਠਾਓ ਕਿ ਜਿਹਦੀ ਤੁਸੀਂ ਮਦਦ ਕਰ ਰਹੇ ਹੋ ਸਵੈਮਾਨ ਆਪਣੇ ਅੰਦਰ ਕਾਇਮ ਕਰ ਸਕੇ, ਉਹਦੇ ਅੰਦਰ ਹੀਣ ਭਾਵਨਾ ਨਾ ਆਏ। ਕੱਲ ਮੈਂ ਇੱਕ ਦੇਖ ਰਿਹਾ ਸਾਂ, ਵਾਇਰਲ ਹੋ ਰਹੀ ਸੀ, ਲੀਡਰਾਂ ਵੱਲੋਂ 7 ਬੰਦੇ ਨੇ ਤੇ ਇੱਕ ਆਟੇ ਦੀ ਥੈਲੀ ਇੱਕ ਗਰੀਬ ਬੀਬੀ ਨੂੰ ਦੇ ਰਹੇ। 7 ਬੰਦੇ ਨੇ ਲੀਡਰ ਕਹਿੰਦੇ ਘੁੰਮਦੇ, ਵੱਡੀ ਪਾਰਟੀ ਦੇ, ਚਲੋ ਨਾ ਕੀ ਲੈਣਾ ਆਪਾਂ ਕਿਸੇ ਦਾ ਗੁਰੂ ਘਰ ਚੋਂ, ਵੱਡੀ ਪਾਰਟੀ ਦੇ ਕਹਿੰਦੇ ਹੁੰਦੇ 7 ਬੰਦੇ ਫੋਟੋ ਲਵਾ ਰਹੇ ਨੇ ਇੱਕ 5 ਕਿਲੋ ਦੀ ਥੈਲੀ ਦੇ ਕੇ, ਤੇ ਉਹ ਬੀਬੀ ਮੂੰਹ ਲੁਕਾ ਰਹੀ ਹੈ ਕੈਮਰੇ ਮੂਹਰੇ। ਇਹੋ ਜਿਹੇ ਦਾਨ ਨੂੰ ਲਾਹਨਤ ਹੈ ਕਿ ਤੁਸੀਂ ਗਰੀਬਾਂ ਦਾ ਜੇ ਸ਼ੋਸ਼ਣ ਹੀ ਕਰਨਾ ਹੈ, ਜਿਸ ਦਾਨ ਦੇਣ ਲੱਗਿਆ ਤੁਸੀਂ ਆਪਣੇ ਫੋਟੋ ਹੀ ਲਵਾਉਣੀ, ਉਹ ਦਾਨ ਨਹੀਂ ਹੈ, ਉਹ ਤੁਹਾਡੇ ਹੰਕਾਰ ਨੂੰ ਤੇ ਪੂਰੀਆਂ ਕਰ ਸਕਦਾ ਹੈ। ਇਸ ਕਰਕੇ ਇਹੋ ਜਿਹਾ ਧਿਆਨ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਨਹੀਂ। ਦੇਖੋ ਮਹਾਂਮਾਰੀ ਪਸਰੀ ਹੈ, ਲੋਕੀ ਮੌਤ ਦੇ ਮੂੰਹ 'ਚ ਜਾ ਰਹੇ ਨੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਫੋਟੋ ਖਿਚਾ ਕੇ ਹੀਰੋ ਬਣਨਾ ਚਾਹੁੰਦੇ ਨੇ।
ਜਿਹੜੇ ਅਖਬਾਰਾਂ ਰਾਹੀਂ ਸੋਸ਼ਲ ਮੀਡੀਆ ਰਾਹੀਂ ਆਪਣੀ ਲੀਡਰੀ ਚਮਕਾਉਣਾ ਚਾਹੁੰਦੇ, ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ, ਇਹ ਗੰਦੀ ਰਾਜਨੀਤੀ ਹੈ, ਇਹ ਬੜੀ ਮੰਦੀ ਨੀਅਤ ਦੀ ਗੱਲ ਹੈ। ਇਹੋ ਜਿਹੀ ਕਾਰਜ ਸਾਨੂੰ ਸਾਡੇ ਸਤਿਗੁਰੂ ਜੀ ਨੇ ਨਹੀਂ ਦਿੱਤਾ। ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਜਿਹਦੀ ਤੁਸੀਂ ਮਦਦ ਕਰਿਓ ਉਹਦੇ ਅੰਦਰ ਸਵੈਮਾਨ ਪੈਦਾ ਹੋਏ ਤੇ ਤੁਹਾਡੇ ਅੰਦਰ ਹੰਕਾਰ ਨਾ ਪੈਦਾ ਹੋਏ। ਜਿਸ ਕੰਮ ਨਾਲ ਤੁਹਾਡੇ ਮਨ 'ਚ ਹੰਕਾਰ ਪੈਦਾ ਹੋ ਗਿਆ ਉਹ ਕੰਮ ਦਾਨ ਹੋ ਹੀ ਨਹੀਂ ਸਕਦਾ, ਉਹ ਪੁੰਨ ਹੋ ਹੀ ਨਹੀਂ ਸਕਦਾ। ਇਹਦੋਂ ਵੱਡਾ ਪਾਪ ਨਹੀਂ ਹੈ ਕਿ ਤੁਸੀਂ ਕਿਸੇ ਦਾ ਸਵੈਮਾਨ ਹੀ ਖਤਮ ਕਰਦੇ ਹੋ, ਤੁਸੀਂ ਕਿਸੇ ਦਾ ਆਤਮ ਸਤਿਕਾਰ ਖਤਮ ਕਰਦੇ ਹੋ। ਔਰ ਧਰਮਾਂ ਦੀ ਦੁਨੀਆ 'ਚ ਕੁਝ ਹੋਇਆ ਕਿ ਲੋਕਾਂ ਦਾ ਆਤਮ ਸਨਮਾਨ ਖਤਮ ਕੀਤਾ ਗਿਆ। ਗੁਰਬਾਣੀ ਨੇ ਆਤਮ ਸਨਮਾਨ ਨਹੀਂ ਖਤਮ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਸਤਿਗੁਰੂ ਜੀ ਨੇ ਹਰ ਮਨੁੱਖ ਦੇ ਅੰਦਰ ਆਤਮ ਸਨਮਾਨ ਪੈਦਾ ਕੀਤਾ ਹੈ। ਤੁਸੀਂ ਕਿਸੇ ਮਨੁੱਖ ਦੇ ਅੰਦਰ ਆਤਮ ਸਨਮਾਨ, ਸੈਲਫ ਰਿਸਪੈਕਟ ਪੈਦਾ ਕਰ ਦਿਓਗੇ, ਬਹੁਤ ਵੱਡਾ ਦਾਨ ਹੈ। ਇਸ ਦਾਨ ਦੀ ਲੋੜ ਹੈ। ਠੀਕ ਹੈ, ਰੱਬ ਨੇ ਹੋਰ ਬਹੁਤ ਕੁਝ ਦਿੱਤਾ ਹੈ, ਉਹ ਵੀ ਆਪਾਂ ਲੋਕਾਂ 'ਚ ਵਰਤਾਈਏ, ਉਹਦੇ ਰਾਹੀਂ ਵੀ ਲੋਕਾਂ ਦੀ ਮਦਦ ਕਰੀਏ, ਪਰ ਇਸ ਤਰੀਕੇ ਨਾਲ ਕਰੀਏ ਕਿ ਲੋਕਾਂ ਦੇ ਅੰਦਰ ਉਹ ਕੁਝ ਪ੍ਰਾਪਤ ਕਰਕੇ ਚਾਅ ਪੈਦਾ ਹੋਏ, ਉਹਨਾਂ ਦੇ ਅੰਦਰ ਵੀ ਦਾਨ ਕਰਨ ਦਾ ਚਾਅ ਪੈਦਾ ਹੋਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਮੇਸ਼ਾ ਹੀ ਜੋ ਕੁਝ ਕਰਦੇ ਆ, ਹੁਣ ਇੱਕ ਸੂਰਮਾ ਜਿਹੜਾ ਉਹ ਦਾਨ ਕੀ ਕਰ ਸਕਦਾ ਹੈ? ਜਿਹੜਾ ਤਲਵਾਰ ਚਲਾ ਰਿਹਾ ਉਹ ਕੀ ਦਾਨ ਕਰ ਸਕਦਾ ਹੈ? ਉਹ ਦਾਨ ਕਰ ਸਕਦਾ ਹੈ ਕਿਸੇ ਮਜਲੂਮ ਤੇ ਉਹਦਾ ਹਥਿਆਰ ਨਾ ਉੱਠੇ, ਕਿਸੇ ਮਜਲੂਮ ਤੇ ਜ਼ੁਲਮ ਹੋ ਰਿਹਾ ਹੈ ਤੇ ਜਿਹੜਾ ਜ਼ੁਲਮ ਕਰਨ ਵਾਲਾ ਉਹਦੇ ਵਿਰੁੱਧ ਉਹਦਾ ਹਥਿਆਰ, ਤੇ ਇਹ ਦਾਨ ਹੈ ਸੂਰਮੇ ਦਾ। ਹਰ ਮਨੁੱਖ ਦਾਨ ਕਰ ਸਕਦਾ ਹੈ। ਮਹਾਤਮਾ ਗੌਤਮ ਬੁੱਧ ਜੀ ਦੇ ਕੋਲ ਇੱਕ ਵਿਅਕਤੀ ਆਇਆ, ਕਹਿਣ ਲੱਗਾ ਜੀ ਮੈਂ ਬੜਾ ਗਰੀਬ ਹਾਂ। ਕਿਉਂ? ਅੱਗੇ ਇੱਕ ਦਿਨ ਵੀ ਇਹ ਗੱਲ ਸਾਂਝੀ ਕੀਤੀ ਸੀ। ਮਹਾਤਮਾ ਜੀ ਕਹਿਣਗੇ ਤੂੰ ਕੋਈ ਦਾਨ ਨਹੀਂ ਕਰਦਾ ਹੋਏਗਾ। ਕਹਿੰਦਾ ਜੀ ਮੈਂ ਦਾਨ ਕੀ ਕਰਨਾ, ਮੈਂ ਤੇ ਗਰੀਬ ਹਾਂ। ਕਹਿੰਦੇ ਗਰੀਬ ਹੈ ਤੂੰ? ਕਿਸੇ ਬੰਦੇ ਨੂੰ ਰੱਬ ਨੇ ਗਰੀਬ ਨਹੀਂ ਬਣਾਇਆ ਇਸ ਧਰਤੀ ਤੇ, ਕਿਸੇ ਬੰਦੇ ਨੂੰ ਰੱਬ ਨੇ ਗਰੀਬ ਨਹੀਂ ਬਣਾਇਆ। ਹਰ ਮਨੁੱਖ ਨੂੰ ਇੱਕੋ ਜਿਹਾ ਬਣਾਇਆ। ਇਹ ਗਰੀਬੀ ਅਮੀਰੀ ਦਾ ਪਾੜਾ ਮਨੁੱਖ ਨੇ ਸ਼ੁਰੂ ਕੀਤਾ ਹੈ, ਮਨੁੱਖ ਨੇ ਸ਼ੁਰੂ ਕੀਤਾ ਹੈ, ਰੱਬ ਨੇ ਨਹੀਂ ਸ਼ੁਰੂ ਕੀਤਾ। ਮਹਾਤਮਾ ਜੀ ਕਹਿਣਗੇ ਤੇਰੇ ਕੋਲ ਬਹੁਤ ਕੁਝ ਹੈ ਦੇਣ ਦੇ ਲਈ, ਤੈਨੂੰ ਰੱਬ ਨੇ ਸੋਹਣਾ ਚਿਹਰਾ ਦਿੱਤਾ ਹੈ ਨਾ, ਚਿਹਰੇ ਤੋਂ ਕਿਸੇ ਨੂੰ ਮੁਸਕਰਾ ਕੇ ਮਿਲ ਲਿਆ ਕਰ, ਇਹ ਵੀ ਤੇ ਇੱਕ ਦਾਨ ਹੈ। ਤੈਨੂੰ ਰੱਬ ਨੇ ਰਸਨਾ ਦਿੱਤੀ ਹੈ, ਰਸਨਾ ਦੇ ਨਾਲ ਕਿਸੇ ਨੂੰ ਤੂੰ ਸਤਿਕਾਰ ਦੇ ਦਿਆ ਕਰ, ਕਿਸੇ ਦੀ ਤਾਰੀਫ ਵਿੱਚ ਕੋਈ ਗੱਲ ਕਰ ਦਿਆ ਕਰ, ਕਿਸੇ ਦਾ ਹੌਸਲਾ ਵਧਾ ਦਿਆ ਕਰ। ਜਦੋਂ ਤੁਸੀਂ ਕਿਸੇ ਦੇ ਗੁਣਾਂ ਦੀ ਤਾਰੀਫ ਕਰਦੇ ਹੋ ਉਹਦਾ ਹੌਸਲਾ ਵਧਦਾ, ਇਹ ਵੀ ਤੇ ਇੱਕ ਦਾਨ ਹੀ ਹੈ। ਕੋਈ ਬੰਦਾ ਨਾਰਾਜ਼ ਹੈ, ਇਹਨੂੰ ਹੌਸਲਾ ਦੇ ਦਿਓ, ਇਹ ਵੀ ਤੇ ਇੱਕ ਦਾਨ ਹੀ ਹੈ। ਤੈਨੂੰ ਰੱਬ ਨੇ ਕਿੰਨਾ ਸੋਹਣਾ ਮਨ ਦਿੱਤਾ ਹੈ, ਉਸ ਮਨ 'ਚ ਪਿਆਰ ਪੈਦਾ ਕਰਕੇ ਮਨੁੱਖਤਾ ਨੂੰ ਪਿਆਰ ਕਰ, ਇਹ ਵੀ ਤੇ ਇੱਕ ਦਾਨ ਹੈ। ਆਪਣੀਆਂ ਅੱਖਾਂ ਦੇ ਰਾਹੀਂ ਲੋਕਾਂ ਦੇ ਪ੍ਰਤੀ ਦਇਆ ਭਾਵਨਾ ਪ੍ਰਗਟ ਕਰੇ, ਇਹ ਵੀ ਤੇ ਇੱਕ ਦਾਨ ਹੈ। ਤੈਨੂੰ ਹੱਥ ਦਿੱਤੇ ਨੇ, ਕਿਸੇ ਗਰੀਬ ਦਾ ਭਾਰ ਚੁੱਕ ਲਿਆ ਕਰ, ਕਿਸੇ ਗਰੀਬ ਦੀ ਮਦਦ ਕਰ ਦਿਆ ਕਰ। ਜ਼ਰੂਰੀ ਨਹੀਂ ਕਿ ਰੁਪਈਏ ਦੇ ਨਾਲ ਦਾਨ ਹੁੰਦਾ ਹੈ। ਦਾਨ ਤਾਂ ਇਹ ਹੈ ਕਿ ਜਿਹਦੇ ਰਾਹੀਂ ਤੁਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਮਨੁੱਖ ਦੀ ਕੋਈ ਮਦਦ ਕਰੋ, ਉਹ ਭਾਵੇਂ ਗਿਆਨ ਰਾਹੀਂ ਹੈ, ਕਲਮ ਰਾਹੀਂ ਹੈ, ਤਲਵਾਰ ਰਾਹੀਂ ਹੈ, ਪੈਸੇ ਰਾਹੀਂ ਹੈ, ਜਾਂ ਕਿਸੇ ਵੀ ਤਰੀਕੇ ਦੇ ਰਾਹੀਂ ਹੈ। ਇਹ ਦਾਨ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਸੀ। ਵੰਡ ਕੇ ਛਕਣ ਦਾ ਅਰਥ ਇਹ ਸੀ ਕਿ ਜੋ ਕੁਝ ਸਾਡੇ ਕੋਲ ਹੈ, ਭਾਵੇਂ ਰੁਤਬਾ ਹੈ, ਭਾਵੇਂ ਧਨ ਹੈ, ਭਾਵੇਂ ਦੌਲਤ ਹੈ, ਭਾਵੇਂ ਗਿਆਨ ਹੈ, ਭਾਵੇਂ ਬਾਹੂਬਲ ਹੈ, ਉਹਦੇ ਰਾਹੀਂ ਲੋੜਵੰਦਾਂ ਦੀ ਮਦਦ ਕਰਨੀ। ਸਤਿਗੁਰੂ ਜੀ ਕਹਿੰਦੇ ਇਹ ਦਾਨ ਜ਼ਿੰਦਗੀ ਅੰਦਰ ਹਮੇਸ਼ਾ ਕਰਨਾ ਹੈ। ਤਨ ਬਿਨ ਸੈਨੇ ਸੰਸਾ ਕੀਜੈ, ਸਰੀਰ ਬਿਨਸ ਜਾਣਾ ਹੈ, ਇਹਦੇ ਵਿੱਚ ਕੋਈ ਭਰਮ ਨਹੀਂ ਹੈ, ਇਹ ਤੇ ਕਿਸੇ ਦਾ ਨਹੀਂ ਰਹਿਣਾ। ਕੇਵਲ ਸਰੀਰ ਨੂੰ ਪਾਲਣ ਦੇ ਲਈ ਲੋਕਾਂ ਦੇ ਨਾਲ ਝੂਠ ਬੋਲਣਾ, ਕੇਵਲ ਸਰੀਰ ਨੂੰ ਰੱਖਣ ਦੇ ਲਈ ਲੋਕਾਂ ਦੇ ਉੱਪਰ ਜ਼ੁਲਮ ਕਰਨਾ, ਜਾਂ ਲੋਕਾਂ ਦੇ ਨਾਲ ਹੇਰਾਫੇਰੀ ਕਰਨੀ, ਜਾਂ ਗਲਤ ਕੰਮ ਕਰਨੇ, ਸਤਿਗੁਰੂ ਜੀ ਕਹਿੰਦੇ ਸਰੀਰ ਤੇ ਰਹਿਣਾ ਨਹੀਂ ਹੈ। ਫਿਰ ਕੇਵਲ ਬੰਦੇ ਦੇ ਕੀਤੇ ਹੋਏ ਕੰਮ ਜਿਹੜੇ ਨੇ ਉਹਨਾਂ ਕਰਕੇ ਬੰਦੇ ਨੂੰ ਪਛਤਾਵਾ ਹੁੰਦਾ ਹੈ। ਦੇਸ਼ ਕਾਲ ਵਸਤੂ ਮਿਲ ਤੀਨ, ਤਿੰਨ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਣ, ਇੱਕ ਤੇ ਉਹ ਥਾਂ, ਦੇਸ਼ ਇਹਨੂੰ ਆਪਾਂ ਕਹਿ ਲਈਏ ਥਾਂ, ਦੂਜੀ ਗੱਲ ਉਹ ਟਾਈਮ ਜਿਸ ਟਾਈਮ ਤੇ ਸਰੀਰ ਨੇ ਬਿਨਸਣਾ, ਤੀਜੀ ਗੱਲ ਵਸਤੂ ਜਿਹਨੂੰ ਆਪਾਂ ਕਾਰਨ ਕਹਿ ਸਕਦੇ ਹਾਂ ਕਿ ਉਹ ਕਿਸ ਕਾਰਨ ਸਰੀਰ ਨੇ ਬਿਨਸਣਾ, ਉਹ ਰੋਗ ਨਾਲ ਬਿਨਸਣਾ, ਉਹ ਜਾਂ ਕਿਸੇ ਵਸਤੂ ਨਾਲ, ਐਕਸੀਡੈਂਟ ਨਾਲ, ਗੋਲੀ ਨਾਲ, ਜਾਂ ਕਿਵੇਂ ਹਾਦਸੇ ਦੇ ਨਾਲ। ਜਦੋਂ ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ, ਦੇਸ਼, ਕਾਲ ਅਤੇ ਵਸਤੂ, ਫਿਰ ਕੋਈ ਕਿਸੇ ਨੂੰ ਬਚਾ ਨਹੀਂ ਸਕਦਾ। ਇਹ ਵਾਹਿਗੁਰੂ ਜੀ ਦੇ ਹੁਕਮ ਵਿੱਚ ਆਖਰ ਜਾਣਾ ਪੈਂਦਾ ਹੈ। ਤਬ ਹੋਏ ਕਾਇਆ ਪ੍ਰਾਨ ਬਹੀਨ, ਉਸ ਵੇਲੇ ਇਹ ਸਾਡੀ ਕਾਇਆ, ਇਹ ਸਾਡਾ ਸਰੀਰ ਜਿਹੜਾ ਹੈ ਪ੍ਰਾਣਾ ਤੋਂ ਹੀਣਾ ਹੋ ਜਾਂਦਾ ਹੈ। ਪੂਰਨ ਪੂਰਨ ਵੈ ਕੋ ਸਮਾ ਸੋ ਆਵੇ, ਇਸ ਕਰਕੇ ਜਦੋਂ ਸਵਾਸ ਪੂਰੇ ਹੋ ਜਾਂਦੇ ਜਿੰਨੇ ਪ੍ਰਮਾਤਮਾ ਨੇ ਦਿੱਤੇ ਹਨ, ਜਿਸ ਥਰ ਦੇ ਗ੍ਰਹਿ ਸੋ ਪਾਵੇ, ਇਸ ਕਰਕੇ ਇਹ ਜਿਹੜਾ ਸਰੀਰ ਹੈ ਨਾ ਉਹ ਫਿਰ ਢਹਿ ਜਾਂਦਾ ਹੈ, ਆਤਮਾ ਨਿਕਲ ਜਾਂਦੀ ਹੈ। ਤ੍ਰਿਤੀਏ ਜਿਸ ਤੇ ਹੋਵਨ ਘਾਤ, ਸਤਿਗੁਰੂ ਜੀ ਕਹਿੰਦੇ ਇੱਕ ਤਾਂ ਉਹ ਥਾਂ ਜਿੱਥੇ ਮਨੁੱਖ ਨੇ ਜਾਣਾ,
एक जिस कारण करके जाना है और जिस समय ते जाना है, व्याध के अवधात मिल जात। जिस चीज नाल शरीर खत्म होना है, भावें वो रोग है, भावें कोई हथियार है, भावें कोई होर कारण है, जदों वो आ जाए, ये तीनों बिन इकट्ठे होए, ये तीनों जदों इकट्ठे हो जान, प्राण हान किमन किस जोए। फिर प्राण हान हो ही जाते ने, और जे ना इकट्ठे होण फिर कोई मार नहीं सकता। बिंद्र मिले कार रखवारो, जिन्ना चिर ये तीन चीजां इकट्ठियां नहीं होंदियां, टाइम समा ते अस्थान, उन्ना चिर काल साडी रखिया करदा है। काल मारदा नहीं है, उन्ना चिर काल साडा रखवाला बन जाता है। मरत नहीं नीके निर्धारो, ये मन च ख्याल रख लो कि उन्ना चिर कोई मार नहीं सकता। और आखिर जदों ये समा आ गया उदों ते सारियां ने जाना ही है, इनू कोई झुठला नहीं सकता। पर क्योंकि मनुख दे अंदर धार्मिक लोगों ने डर ही भरिया होया है। आपां देखदे मौत दीयां डरावणियां कथावां दसियां जांदियां ने, कोई साडे प्राणी भी चढ़ाई कर जे ना ते आपां ही कहने जी मौत आउणी है, इनू ते कोई टाल नहीं सकता। मौत दीयां गल्लां कीतियां जांदियां ने, चाहिदा तां इह है उदों जीवन दीयां गल्लां कीतियां जाण कि जिंदगी जीउणी किवें है। जे किते जीवन दीयां गल्लां उदों साझीआं कीतियां जाण ना, साडे मनां चों मौत दा डर कट्टिया जाए। पर आपां एक प्राणी चढ़ाई करदा, कईयां नूं डरा दिंदे मौत की चर्चा कर करके। मौत दीयां बड़ियां कहानियां असीं डरावणियां सुणाउने आ। धार्मिक ग्रंथां च इहो जिहियां कहानियां भरियां पईयां ने, धर्म स्थानां ते चल जाओ किन्नियां डरावणियां तस्वीरां मिलणगीਆਂ। ਉਹਦਾ ਕਾਰਨ ਹੈ ਕਿ ਮਨੁੱਖ ਨੂੰ ਡਰਾ ਕੇ ਰੱਖੋ। ਰਾਜਨੀਤਿਕ ਲੋਕਾਂ ਨੇ ਵੀ ਤੇ ਧਾਰਮਿਕ ਲੋਕਾਂ ਨੇ ਇੱਕ ਵਧੀਆ ਤਰੀਕਾ ਫੜਿਆ ਕਿ ਲੋਕਾਂ ਦੇ ਅੰਦਰ ਇੱਕ ਸਹਿਮ ਜਿਹਾ ਬਣਿਆ ਰਹੇ, ਬੰਦਾ ਮੌਤ ਤੋਂ ਹੀ ਡਰਿਆ ਰਹੇ, ਮੱਥੇ ਟੇਕੀ ਜਾਏ ਤੇ ਉਹਨਾਂ ਦੀਆਂ ਦੁਕਾਨਾਂ ਚੱਲਦੀਆਂ ਜਾਣ। ਗੁਰਬਾਣੀ ਨੇ ਮੌਤ ਤੋਂ ਡਰਾਇਆ ਨਹੀਂ ਹੈ, ਮੌਤ ਦਾ ਡਰ ਕੱਟਿਆ। ਮੌਤ ਹੀ ਡਰਾਉਣੀ ਹੈ ਨਾ। ਗੁਰਬਾਣੀ ਕਹਿੰਦੀ ਜੇ ਮੌਤ ਦਾ ਡਰ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਬਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ। सतगुरु नानक साहब जी कहते जे मेरे को ना पहला मरना ही प्रवान कर लो। ये मार्ग है सिर तली ते रख के चलन का। जाओ तो प्रेम खिलन का चाओ, सिर तर तली घली मेरी आओ। इत मार्ग पैर तरी जय, सिर धी जय कहण ना की जय। गुरु नानक साहब जी तो पहला आप इतिहास पढ़ते हैं अपने मुल्क का। इत्थे आए दिन बाहरों आए जाते सन जरवाने, लुटेरे, हमलावर। इत्थों की कोई आबादी घट नहीं सी। इत्थे को आर्थिक पक्ष तो मुल्क साडा कमजोर नहीं सी। इहनूं ते सोने की चिड़ी कहिंदे सी। अज भी आपां कहने सोने की चिड़ी सी, हुण ते कां ही बनदा जांदा है। हुण ते केवल पिंजर ही निकलदा जा रहा है मुल्क दा। सोने की चिड़ी सी कदी, लेकिन इत्थों क्यों लुट लई आउंदे? इत्थे दे लोग कित्थे सन? इत्थों दे लोगां अंदर एक डर पैदा कीता सी मौत दा। मौत तो डरदे लोकी लुकदे फिरदे सन, उन्हां दे झोली चुक बन जांदे सन, उन्हां दे अगे पिछे फिरदे सन, उन्हां दे घोड़ियां दीयां टापां दी आवाज़ नूं सुन के ये डरदे सन। गुरु नानक साहब जी ने एक जीवन दा चाह पैदा किया। इस धरती ते गुरबाणी उचारी गई। गुरबाणी रही सानू साडे अंदर स्वैमान पैदा किया, अणख पैदा की। जे जीवे पत लथी जाए, सब हराम जेता किस खाए। सतगुरु जी ने कला लोगों नूं नहीं कहा कि मरण कबूल करो। सतगुरु जी ने आप मरना प्रवान किया। लोड़ पई तत्तियां तवियां ते सतगुरु जी बैठे, केवल मनुखता की खातर, केवल जुल्म के खिलाफ, इस मनुखी सभ्यता नूं बचाउण दे लई गुरु साहब जी दीयां इह शहादतां होईयां। लोड़ पई सतगुरु सच्चे पातशाह जी ने सानू हथियारबंद होने की प्रेरणा की। जुल्म जालम हुकूमत के विरुद्ध हथियारबंद संघर्ष भी किया। एक नहीं 4 जंगां गुरु हरगोबिंद साहब जी द्वारा लड़ियां गईयां। गुरु साहबां ने बड़ी मेहनत करके एक वधिया समाज सिरजिया। पंजाब है गुर वडियाई, ये पंजाब जिउंदा गुरां दे नां ते। गुरु की बाणी ने एक नवीं जीवन जाच दिती। मुर्दियां नूं कदी जिउंदे जी चंगे नहीं लगदे, ये गल चेते रखना। जिस दिन तो गुरु नानक साहब जी ने यह जीवन की रौं पैदा की, उस दिन तो कुछ वो मुर्दा ताकतियां, वो मुर्दा शक्तियां जिहड़ियां सन, वो गुरु नानक दे घर नूं कहरी अख दे नाल देखण लग पईयां। समय समय ते गुरु साहिबां दीयां शहादतां, गुरु सिखां दीयां शहादतां, इन्हां दा कारण की है कि कभी भी वो कौमां, कभी भी वो लोग जिहड़े मनुखी समाज नूं गुलाम बना के रखना चाहुंदे ने, वो कभी ये ख्याल प्रवान नहीं करनगे कि लोगों के अंदर जागृति आए, लोग सिर उच्चा उठा के चल सकन, लोग को आज़ादी की गल सुन जां करन। उन्हां लोगों ने गुरमत इनकलाब की हमेशा विरोधता की।
ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਘਰਸ਼ ਕਰਕੇ ਇੱਕ ਆਜ਼ਾਦ ਰਾਜ ਕਾਇਮ ਕੀਤਾ। ਕਿਲ੍ਹਾ ਲੋਹਗੜ੍ਹ, ਆਓ ਪਹਾੜੀਆਂ ਸਡੌਰੇ ਤੋਂ ਅੱਗੇ ਜਾਓ, 50 ਕਿਲੋਮੀਟਰ ਚੋਂ ਘੇਰਾ ਹੈ, ਤੁਹਾਨੂੰ ਉਸ ਕਿਲੇ ਦੇ ਇਤਿਹਾਸ ਦਾ ਪਤਾ ਨਹੀਂ ਹੈ। ਹੁਣ ਕਦੀ ਕਦੀ ਬੋਰਡ ਲੱਗੇ ਮਿਲਣਗੇ, ਖਾਲਸਾ ਰਾਜ ਦੀ ਰਾਜਧਾਨੀ ਕਿਲ੍ਹਾ ਲੋਹਗੜ੍ਹ, ਕਿਉਂਕਿ ਅਸੀਂ ਪੜ੍ਹਦੇ ਨਹੀਂ ਆਪਣਾ ਇਤਿਹਾਸ। ਪੜ੍ਹਨ ਦਾ ਤੇ ਸਾਡੇ ਕੋਲ ਟਾਈਮ ਹੀ ਨਹੀਂ ਰਹਿ ਗਿਆ ਹੁਣ। ਔਰ ਸਾਡੇ ਵਿਰੋਧੀ ਇਹ ਗੱਲ ਮੰਨਦੇ ਨੇ ਕਿ ਏਸ਼ੀਆ ਨਹੀਂ, ਦੁਨੀਆ 'ਚ ਏਡਾ ਵੱਡਾ ਕਿਲਾ ਨਹੀਂ ਸੀ ਜਿਹੜਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜਾ ਕਿਲਾ, ਉਹ ਇੱਕ ਦਿਨ 'ਚ ਨਹੀਂ ਬਣਿਆ, ਉਹ ਕੋਈ ਇੱਕ ਸਾਲ 'ਚ ਨਹੀਂ ਬਣਿਆ, ਕੋਈ 10 ਸਾਲਾਂ 'ਚ ਨਹੀਂ ਬਣਿਆ। ਉਹ ਕਿਵੇਂ ਬਣਿਆ? ਇਹ ਇਤਿਹਾਸ ਖੋਜ ਦਾ ਮੁਤਾਜ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਕੋ ਵਿਹਲੇ ਬੈਠੇ ਰਹੇ, ਗੁਰੂ ਕਲਗੀਧਰ ਪਾਤਸ਼ਾਹ ਜੀ 4-4.5 ਸਾਲ ਪੌਂਟਾ ਸਾਹਿਬ ਕੋ ਵਿਹਲੇ ਰਹੇ ਉੱਥੇ। ਇਹ ਕਾਰਜ ਉਹਨਾਂ ਸਮਿਆਂ 'ਚ ਹੋਇਆ, ਕਿਲਾ ਬਣਿਆ। ਅਸੀਂ ਤੇ ਉਹਨੂੰ ਬਣਾਤਾ ਜੀ, ਉਹ ਜੀ ਮੁਗਲ ਖਾਂ ਦੀ ਹਵੇਲੀ ਸੀ। ਉਹ ਹਵੇਲੀ ਵੱਖਰੀ ਹੈ, ਯੂਪੀ 'ਚ ਕਦੀ ਜਾ ਕੇ ਦੇਖੋ, ਉਹ ਹਵੇਲੀ ਵੱਖਰੀ ਹੈ, ਇਹ ਕਿਲ੍ਹਾ ਲੋਹਗੜ੍ਹ ਵੱਖਰਾ ਹੈ। ਬੜਾ ਸ਼ਾਨਾ ਮੱਤਾ ਇਤਿਹਾਸ ਸਾਡਾ, ਅਸੀਂ ਉਹਨੂੰ ਹੀ ਬਰਬਾਦ ਕਰਨ ਲਈ ਆਪ ਤੁਲੇ। ਸਾਡੀਆਂ ਕੁਝ ਸੰਸਥਾਵਾਂ ਉਸ ਕਿਲੇ ਨੂੰ ਬਰਬਾਦ ਕਰਨ ਲਈ ਤੁਲੀਆਂ ਹੋਈਆਂ ਨੇ, ਸਾਨੂੰ ਪਤਾ ਹੀ ਨਹੀਂ ਆਪਣੇ ਇਤਿਹਾਸ ਦਾ। ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਸਾਰੀ ਹਕੂਮਤ ਹਿੰਦੁਸਤਾਨ ਪਿਆ। ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਹੋਈ, ਸਿੱਖ ਕੌਮ ਤੇ ਬੜੇ ਮਾੜੇ ਦਿਨ ਆਏ। ਸਿੱਖ ਜੰਗਲਾਂ ਬੀਆਬਾਨਾਂ ਬੀਕਾਨੇਰ ਤੱਕ ਚਲੇ ਗਏ। ਆਖਰ ਸੰਘਰਸ਼ ਤੋਂ ਬਾਅਦ ਇੱਕ ਆਜ਼ਾਦ ਸਿੱਖ ਰਾਜ, ਆਦਰਸ਼ਕ ਰਾਜ ਕਾਇਮ ਹੋਇਆ, ਜਿਹੋ ਜਿਹਾ ਰਾਜ ਅੱਜ ਤੱਕ ਧਰਤੀ ਤੇ ਨਹੀਂ ਹੋਇਆ। 40 ਸਾਲ ਉਹ ਰਾਜ ਹੋਇਆ ਹੈ ਜਿਹਦੇ ਵਿੱਚ ਇੱਕ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਲੇਕਿਨ ਉਹ ਰਾਜ ਗਦਾਰਾਂ ਦੀ ਮਿਹਰਬਾਨੀ ਨਾਲ ਖਤਮ ਹੋ ਗਿਆ। ਬ੍ਰਿਟਿਸ਼ ਗਵਰਨਮੈਂਟ ਆਈ, ਉਹਦੀ ਵੀ ਨਜ਼ਰ ਸਿੱਖ ਗੁਰਧਾਮਾਂ ਤੇ ਰਹੀ। ਔਰ ਬ੍ਰਿਟਿਸ਼ ਗਵਰਨਮੈਂਟ ਨੇ ਵੀ ਆਪਣੀ ਫੌਜ ਹਰਿਮੰਦਰ ਸਾਹਿਬ 'ਚ ਵਾੜੀ। ਅਬਦਾਲੀ ਨੇ ਵੀ ਹਰਿਮੰਦਰ ਨੂੰ ਢਾਉਣ ਦਾ ਯਤਨ ਕੀਤਾ। ਇਹ ਗੱਲ ਮੈਂ ਤਾਂ ਕਰ ਰਿਹਾ, ਇਹ ਉਹ ਹਫ਼ਤਾ ਸ਼ੁਰੂ ਹੋ ਰਿਹਾ ਜਿਹਨੂੰ ਅਸੀਂ ਤੀਜੇ ਘੱਲੂਘਾਰੇ ਦੇ ਨਾਮ ਨਾਲ ਯਾਦ ਕਰਦੇ ਹਾਂ। ਘੱਲੂਘਾਰੇ ਦਾ ਅਰਥ ਹੁੰਦਾ ਕਿਸੇ ਕੌਮ ਨੂੰ ਤਬਾਹ ਕਰ ਦਿਓ, ਉਹਦੇ ਕਲਚਰ ਨੂੰ ਖਤਮ ਕਰ ਦਿਓ, ਉਹਦੇ ਇਤਿਹਾਸ ਨੂੰ ਮੇਟ ਦਿਓ। ਸਭ ਤੋਂ ਪਹਿਲਾਂ ਘੱਲੂਘਾਰਾ ਕਾਹਨੂੰਵਾਨ ਦਾ ਸ਼ੰਭ ਦਾ ਵਾਪਰਿਆ, ਤਕਰੀਬਨ 20,000 ਸਿੰਘ ਸ਼ਹੀਦ ਹੋਏ ਨੇ ਉਹਦੇ 'ਚ। ਫਿਰ ਕੋਪਰ ਹੀੜਾ ਸਾਡੇ ਨੇੜੇ ਹੀ ਹੈ, ਮਲੇਰਕੋਟਲੇ ਤੋਂ ਪਹਿਲਾਂ, ਜਿੱਥੇ ਅੱਧੀ ਕੌਮ ਸ਼ਹੀਦ ਹੋ ਗਈ ਇੱਕ ਦਿਨ ਦੇ ਵਿੱਚ, ਅੱਧੀ ਕੌਮ। ਅਬਦਾਲੀ ਦੇ ਨਾਲ ਏਡੀ ਵੱਡੀ ਜੰਗ ਦੁਨੀਆ 'ਚ ਤੁਸੀਂ ਇਹੋ ਜਿਹਾ ਹਾਲੀਕਾਸਟ ਨਹੀਂ ਦੇਖੋਗੇ, ਘੱਲੂਘਾਰਾ ਨਹੀਂ ਦੇਖੋਗੇ। ਅੱਧੀ ਕੌਮ ਮਾਰੀ ਗਈ, ਲੇਕਿਨ ਫਿਰ ਵੀ ਸਿੰਘ ਚੜ੍ਹਦੀ ਕਲਾ ਕਹਿੰਦੇ ਕਿ ਖੋਟ ਖਤਮ ਹੋ ਗਿਆ, ਤਤ ਖਾਲਸਾ ਬਾਕੀ ਰਹਿ ਗਿਆ। ਤੀਸਰਾ ਘੱਲੂਘਾਰਾ 1984 'ਚ ਜੂਨ ਦੇ ਪਹਿਲੇ ਹਫ਼ਤੇ ਵਾਪਰਿਆ, ਜਦੋਂ ਚਿਰਾਂ ਤੋਂ ਜਿਹੜੀ ਇਹ ਹਕੂਮਤ 1947 ਤੋਂ ਬਾਅਦ ਇੱਕ ਕਹਿਰੀ ਅੱਖ ਰੱਖਦੀ ਹਿੰਦੁਸਤਾਨ ਦੀਆਂ ਏਜੰਸੀਆਂ, ਇਹ ਕੌਮ ਸਿਰ ਕਿਉਂ ਚੁੱਕਦੀ ਹੈ, ਇਹ ਕੌਮ ਸਵੈਮਾਨ ਦੀ ਗੱਲ ਕਿਉਂ ਕਰਦੀ ਹੈ। ਹਰਿਮੰਦਰ ਸਾਹਿਬ ਤੇ ਹਮਲੇ ਨੂੰ ਜਦੋਂ ਦੱਸਣ ਦੀ ਆਮ ਲੋਕ ਗੱਲ ਕਰਦੇ ਨੇ, ਉਹ ਦੋਸ਼ੀ ਇੱਕ ਧਿਰ ਨੂੰ ਦਹਿਰਾਉਂਦੇ ਨੇ, ਹਕੂਮਤ ਨੂੰ ਉਹ ਸਹੀ ਠਹਿਰਾਉਂਦੇ ਨੇ। ਦੇਖੋ, ਜੇ ਹਰਿਮੰਦਰ ਸਾਹਿਬ ਦੇ ਅੰਦਰ ਇਹ ਕਹਿੰਦੇ ਨੇ ਕਿ ਉੱਥੇ ਬੈਠੇ ਸਨ ਕੁਝ ਸ਼ਸਤਰਧਾਰੀ ਲੋਕ, ਤੇ ਬਾਕੀ 38 ਗੁਰਦੁਆਰਿਆਂ 'ਚ ਕੌਣ ਬੈਠਾ ਸੀ? 38 ਗੁਰਦੁਆਰਿਆਂ ਤੇ ਬੜੀ ਯੋਜਨਾਬੰਦ ਤਰੀਕੇ ਦੇ ਨਾਲ ਹਮਲਾ ਹੋਇਆ। ਅੱਜ ਦਾ ਉਹ ਦਿਨ ਹੈ 1 ਜੂਨ 1984 ਨੂੰ 12 ਵਜੇ 4 ਸਫੇਰੋਂ CRP ਨੇ ਘੇਰਾ ਪਾ ਲਿਆ। ਠੀਕ 12 ਵਜੇ ਗੋਲੀ ਚੱਲਣੀ ਸ਼ੁਰੂ ਹੋ ਗਈ, 3 ਵਜੇ ਗੋਲੀ ਚੱਲਣੀ ਸ਼ੁਰੂ ਹੋ ਗਈ, ਰਾਤ ਦੇ 12 ਵਜੇ ਤੱਕ ਅੰਧਾ-ਧੁੰਦ ਗੋਲਾਬਾਰੀ ਹੁੰਦੀ ਰਹੀ। ਔਰ ਉਸ ਦਿਨ ਪਹਿਲੇ ਦਿਨ 30-35 ਨਿਸ਼ਾਨ ਸ੍ਰੀ ਹਰਿਮੰਦਰ ਸਾਹਿਬ ਤੇ ਗੋਲੀਆਂ ਦੇ ਲੱਗੇ ਉਸ ਦਿਨ ਦੇਖੇ ਗਏ, ਔਰ ਕੁਝ ਲੋਕ ਵੀ ਸ਼ਹੀਦ ਹੋਏ। 1 ਜੂਨ ਤੋਂ ਇਹ ਕਾਰਨਾਮਾ ਇਹਨਾਂ ਸ਼ੁਰੂ ਕੀਤਾ। ਹਿੰਦੁਸਤਾਨ ਦੀ ਆਰਮੀ ਆਪਣੇ ਲੋਕਾਂ ਦੇ ਉੱਪਰ ਇਵੇਂ ਚੜ ਕੇ ਆਈ। ਇਹ ਇੱਕ ਇਤਿਹਾਸਕ ਘਟਨਾ ਹੈ। ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ ਜਿਵੇਂ ਬਰਬਾਦੀ ਹੋਈ, ਸਮੇਂ-ਸਮੇਂ ਤੇ ਆਪਾਂ ਇਹ ਵਾਰਤਾ ਚੇਤੇ ਕਰਾਂਗੇ। ਘੱਲੂਘਾਰਿਆਂ ਨਾਲ ਕੌਮਾਂ ਖਤਮ ਨਹੀਂ ਹੁੰਦੀਆਂ, ਇਹ ਗੱਲ ਚੇਤੇ ਰੱਖਿਓ। ਘੱਲੂਘਾਰਿਆਂ ਦੇ ਨਾਲ ਕੋਈ ਕੌਮ ਖਤਮ ਨਹੀਂ ਹੁੰਦੀ। ਕੌਮ ਖਤਮ ਉਦੋਂ ਹੁੰਦੀ ਜਦੋਂ ਘੱਲੂਘਾਰਿਆਂ ਨੂੰ ਭੁੱਲ ਜਾਂਦੀ ਹੈ। ਕੌਮ ਉਦੋਂ ਖਤਮ ਹੁੰਦੀ ਹੈ ਜਦੋਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ। ਆਪਾਂ ਦੇਖਦੇ ਘੱਲੂਘਾਰੇ ਵਾਪਰੇ, ਜਿਨ੍ਹਾਂ ਨੂੰ ਤੇ ਗੁਰੂ ਨਾਲ ਪਿਆਰ ਸੀ ਜਾਂ ਉਹ ਸ਼ਹਾਦਤਾਂ ਦੇ ਕੇ ਬਹੁਤਿਆਂ ਨੇ ਆਪਣੀਆਂ ਕੁਰਸੀਆਂ ਕਾਇਮ ਕਰ ਲਈਆਂ, ਬਹੁਤਿਆਂ ਨੇ ਆਪਣੀਆਂ ਲੀਡਰੀਆਂ ਕਾਇਮ ਕਰ ਲਈਆਂ, ਜਾਇਦਾਦਾਂ ਕੰਮ ਕਰ ਲਈਆਂ, ਉਹ ਵੀ ਮੁੰਡਰਾ ਰਹੇ ਨੇ ਸਾਡੇ ਆਲੇ ਦੁਆਲੇ। ਕੌਮਾਂ ਇਵੇਂ ਖਤਮ ਹੁੰਦੀਆਂ ਨੇ ਜਦੋਂ ਗਦਾਰ ਪੈਦਾ ਹੁੰਦੇ ਨੇ। ਇਸ ਕਰਕੇ ਉਹ ਘੱਲੂਘਾਰੇ ਦਾ ਦਿਨ ਨੇੜੇ ਆ ਰਿਹਾ ਹੈ। ਆਪਣੇ ਸ਼ਹੀਦਾਂ ਨੂੰ ਚੇਤੇ ਕਰਿਆ ਕਰੀਏ। ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ, 2 ਕੌਮਾਂ ਨੇ ਦੁਨੀਆ ਦੇ ਤਖਤ ਤੇ, ਇੱਕ ਜਿਊਸ ਜਿਨ੍ਹਾਂ ਦੇ ਉੱਪਰ ਬੜਾ ਤਗੜਾ ਕਤਲੇਆਮ ਹੋਇਆ ਹਿਟਲਰ ਵੱਲੋਂ, ਲੱਖਾਂ ਦੀ ਤਾਦਾਦ 'ਚ ਕੁਝ ਦਿਨਾਂ ਦੇ ਅੰਦਰ ਜਿਊਸ ਜਿਹੜੇ ਚੈਂਬਰਾਂ 'ਚ ਪਾ ਕੇ ਸਾੜ ਕੇ ਖਤਮ ਕਰ ਦਿੱਤੇ ਗਏ। ਉਹਨਾਂ ਲੋਕਾਂ ਨੇ ਸੋਚਿਆ ਕਿ ਅਸੀਂ ਇਸ ਪਲੈਨਟ ਤੇ, ਧਰਤੀ ਤੇ ਕਾਇਮ ਕਿਵੇਂ ਰਹਿਣਾ। ਖੁਸ਼ਕਿਸਮਤ ਉਹ ਲੋਕ ਨੇ, ਉਹਨਾਂ ਦੇ ਲੀਡਰ ਚੰਗੇ ਸਨ। ਅਸੀਂ ਬਦਕਿਸਮਤ ਕਿ ਸਾਨੂੰ ਇਹੋ ਜਿਹਾ ਲੀਡਰ ਕੋਈ ਬੈਠ ਕੇ ਸੋਚਣ ਵਾਲਾ ਮਿਲਿਆ ਹੀ ਨਹੀਂ। ਕੁਰਬਾਨੀਆਂ ਕਰਨ ਵਾਲੇ ਬੜੇ ਮਿਲੇ, ਪਰ ਲੀਡਰ ਕੋਈ ਨਾ ਮਿਲਿਆ। ਲੀਡਰ ਗਦਾਰ ਮਿਲੇ।
ਉਹਨਾਂ ਨੇ ਮਿਲ ਕੇ ਵਿਚਾਰ ਕੀਤੀ ਕਿ ਜੇ ਜਿਉਂਦੇ ਰਹਿਣਾ ਹੈ, ਆਪਣੇ ਬੱਚੇ ਨੂੰ ਐਜੂਕੇਟ ਕਰੋ, ਪੜ੍ਹਾਓ, ਤਾਂ ਹੀ ਆਪਾਂ ਧਰਤੀ ਤੇ ਰਹਿ ਸਕਦੇ ਹਾਂ। ਉਹਨਾਂ ਨੇ ਬੱਚਿਆਂ ਨੂੰ ਪੜ੍ਹਾਇਆ, ਉਹਨਾਂ ਦੇ ਬੱਚੇ ਡਾਕਟਰ ਬਣੇ, ਸਾਇੰਸਦਾਨ ਬਣੇ। ਉਹਨਾਂ 'ਚ ਇੱਕ ਇਹੋ ਜਿਹਾ ਸਾਇੰਸਦਾਨ ਬਣਿਆ ਜਿਹਨੇ ਉਸ ਰਸਾਇਣ ਦੀ ਕਾਢ ਕੱਢੀ ਜਿਹਦੇ ਨਾਲ ਪਰਮਾਣੂ ਬੰਬ ਬਣਦੇ ਨੇ। ਅਮਰੀਕਾ ਕਹਿੰਦਾ ਸਾਨੂੰ ਦੇ ਦਿਓ, ਕਹਿੰਦੇ ਸਾਨੂੰ ਸਾਡਾ ਮੁਲਕ ਦੇ ਦਿਓ, ਜਿਹਦੇ 'ਚੋਂ ਇਜ਼ਰਾਈਲ ਕੰਟਰੀ ਪੈਦਾ ਹੋਇਆ ਇੱਕ ਬੱਚੇ ਦੀ ਆਪਣੀ ਇਸ ਹੁਨਰ ਦੇ ਵਿੱਚੋਂ। ਇਹ ਹੈ ਜਿਉਂਦੀਆਂ ਕੌਮਾਂ ਦੀ ਗੱਲ। ਉਦੋਂ ਬਾਅਦ ਅਸੀਂ ਤਸੱਦਦ ਚੱਲੇ ਨੇ, ਪਰ ਸਾਡੇ ਵਿੱਚ ਅਜੇ ਤੱਕ ਕੋਈ ਇਹੋ ਜਿਹਾ ਦੂਰ ਅੰਦੇਸ਼ ਸਾਨੂੰ ਲੀਡਰ ਨਹੀਂ ਮਿਲ ਸਕਿਆ ਜਿਹੜਾ ਇਹ ਸੋਚ ਸਕੇ ਕਿ ਅਸੀਂ ਆਪਣੀ ਕੌਮ ਨੂੰ ਇਸ ਧਰਤੀ ਤੇ ਕਿਵੇਂ ਕਾਇਮ ਰੱਖਣਾ, ਆਪਣੀ ਸਵੈਮਾਨ ਨੂੰ ਕਿਵੇਂ ਕਾਇਮ ਰੱਖਣਾ ਹੈ। ਗੁਰੂ ਸਾਹਿਬ ਜੀ ਨੇ ਭਾਈ ਮੱਲੂ ਸਾਹਿਬ ਜੀ ਨੂੰ ਜਿਵੇਂ ਉਪਦੇਸ਼ ਦਿੱਤਾ ਹੈ ਕਿ ਆਪਣੇ ਕੰਮ ਨੂੰ ਪਿਆਰ ਕਰੋ, ਔਰ ਇਹ ਜਿਹੜੀ ਵਾਰਤਾ ਹੈ ਆਪਾਂ ਕੱਲ ਨੂੰ ਸਰਵਣ ਕਰਾਂਗੇ। ਨਾਲ ਨਾਲ ਆਪਾਂ 1984 ਦਾ ਜੋ ਸਾਰਾ ਘਟਨਾਕ੍ਰਮ ਹੋਇਆ, ਜਿਵੇਂ ਬੇਅੰਤ ਬੇਕਸੂਰ ਲੋਕ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਹੀਦੀ ਪੁਰਬ ਸੀ, ਜੇ ਮੰਨਿਆ ਉੱਥੇ ਕੋਈ ਗਲਤ ਅਨਸਰ ਸਨ ਜਾਂ ਗੌਰਮੈਂਟ ਨੂੰ ਕੁਝ ਗਲਤ ਲੱਗਦਾ ਸੀ ਕਿ ਗੁਰਪੁਰਬ ਵਾਲੇ ਦਿਨ ਹੀ ਉੱਥੇ ਹਮਲਾ ਕਰਨਾ ਸੀ, ਬੇਕਸੂਰਾਂ ਨੂੰ ਹੀ ਮਾਰਨਾ ਸੀ, ਮਾਸੂਮ ਬੱਚਿਆਂ ਨੂੰ ਮਾਰਨਾ ਸੀ। ਇੱਥੋਂ ਨੀਅਤ ਜਿਹੜੀ ਹੈ ਉਹ ਲੱਗਦੀ ਹੈ ਕਿ ਉਹ ਠੀਕ ਨਹੀਂ ਸੀ। ਇਹ ਸਾਰੀਆਂ ਘਟਨਾਵਾਂ ਚੇਤੇ ਕਰਾਂਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ ਜੀ। ਉਹ ਸਤਿਗੁਰੂ ਸਾਰਿਆਂ ਨੂੰ ਗੁਰਬਾਣੀ ਸਤਸੰਗਤ ਦਾ ਪਿਆਰ ਬਖਸ਼ਿਸ਼ ਕਰਨ। ਪਿਆਰ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।